हाँ जी प्यारे बच्चों, वाहिगुरू जी का खालसा वाहिगुरू जी की फतेह। हाँ जी बेटा जी, ਅਸੀਂ ਵਰਿਆਮ ਸਿੰਘ ਸੰਧੂ ਦੁਆਰਾ ਲਿਖੀ ਹੋਈ ਕਹਾਣੀ ਅੰਗ ਸੰਗ ਪੜ੍ਹ ਰਹੇ ਸਾਂ। ਬੇਟਾ ਜੀ ਅਸੀਂ ਕਹਾਣੀ ਆ ਜਿਹੜੀ ਪੇਜ ਨੰਬਰ 26 ਤੱਕ ਜਿਹੜੀ ਆ ਕਹਾਣੀ ਪੜ੍ਹ ਲਈ ਸੀ। ਠੀਕ ਆ, ਪੇਜ ਨੰਬਰ 26 ਤੱਕ ਅਸੀਂ ਅੰਗ ਸੰਗ ਕਹਾਣੀ ਵਰਿਆਮ ਸੰਧੂ ਦੀ ਜਿਹੜੀ ਆ ਪੜ੍ਹ ਲਈ ਸੀ। ਬੇਟਾ ਜੀ ਇੰਨੀ ਕਹਾਣੀ ਦੇ ਵਿੱਚ ਠੀਕ ਆ, ਅਸੀਂ ਅਖੀਰ 'ਤੇ ਇੱਥੋਂ ਪੜ੍ਹਿਆ ਸੀ ਵੀ ਜਿਹੜੀ ਆ ਜਗੀਰ ਕੌਰ ਵਾ, ਠੀਕ ਆ, ਉਹਦਾ ਵੀ ਰੋਣ ਨਿਕਲ ਆਉਂਦਾ ਵਾ। ਠੀਕ ਆ, ਕਿਉਂਕਿ ਉਹ ਆਪਣੇ ਪਤੀ ਕਰਤਾਰ ਸਿੰਘ ਤੋਂ ਬਹੁਤ ਦੁਖੀ ਆ। ਠੀਕ ਆ, ਉਹ ਨਸ਼ਾ ਕਰਕੇ ਜਦੋਂ ਵੀ ਨਸ਼ੇ ਦੇ ਨਾਲ ਲੋਟਪੋਟ ਹੋ ਕੇ ਜਦੋਂ ਘਰੇ ਆਉਂਦਾ ਵਾ ਅਤੇ ਕਈ ਵਾਰੀ ਉਹ ਆਪਣੀ ਪਤਨੀ ਆ ਜਿਹੜੀ ਉਹਦੀ ਜਗੀਰ ਕੌਰ, ਉਹਨੂੰ ਵੀ ਕੁੱਟ ਮਾਰ ਦਿੰਦਾ ਵਾ। ਠੀਕ ਆ, ਅਤੇ ਉਸ ਦਾ ਵੀ ਮੰਦਾ ਹਾਲ ਕਰ ਦਿੰਦਾ, ਜਿਸ ਕਰਕੇ ਅਮਰੀਕ ਨੂੰ ਵੀ ਕਈ ਵਾਰ ਆਪਣੇ ਪਿਓ 'ਤੇ ਜ਼ਰੂਰ ਗੁੱਸਾ ਆਉਂਦਾ ਵਾ ਵੀ ਇਹਦੀਆਂ ਜਿਹੜੀਆਂ ਵਾ, ਕਿਉਂਕਿ ਉਹ ਵੀ ਆਪਣੇ ਪਿਓ ਦੀਆਂ ਜਿਹੜੀਆਂ ਵਾ ਮਾੜੀਆਂ ਹਰਕਤਾਂ ਤੋਂ ਬਹੁਤ ਦੁਖੀ ਹੁੰਦਾ ਵਾ। ਠੀਕ ਆ, ਇਸ ਕਰਕੇ ਫਿਰ ਉਹਦੀ ਮਾਂ ਬੇਟਾ ਜੀ ਉਹਨੂੰ ਸਮਝਾਉਂਦੀ ਆ ਵੀ ਉਹ ਤਾਂ ਕੋਈ ਗੱਲ ਨਹੀਂ ਆ, ਜੇਕਰ ਤੇਰਾ ਪਿਓ ਜਿਹੜਾ ਵਾ, ਠੀਕ ਆ, ਜਿਹੜੀ ਕਰਤਾਰ ਸਿੰਘ ਦੀ ਪਤਨੀ ਜਗੀਰੋ ਅਮਰੀਕ ਸਿੰਘ ਆਪਣੇ ਵੱਡੇ ਪਿਓ ਨੂੰ ਵੱਡੇ ਪੁੱਤ ਨੂੰ ਸਮਝਾਉਂਦੀ ਆ ਵੀ ਕੋਈ ਗੱਲ ਨਹੀਂ ਆ ਪੁੱਤ, ਜੇ ਤੇਰਾ ਠੀਕ ਆ ਪਿਓ ਇਸ ਤਰ੍ਹਾਂ ਦਾ ਨਿਕਲਿਆ ਵਾ ਅਤੇ ਕੋਈ ਗੱਲ ਨਹੀਂ, ਇਹ ਤੁਹਾਡੇ ਕਰਮ ਆ। ਠੀਕ ਆ, ਇਹ ਤੁਹਾਡੇ ਕਰਮ ਆ। ਠੀਕ ਆ, ਉਹਨੇ ਕੀ ਕਹਿੰਦੀ ਆ ਬੇਟਾ ਜੀ, ਅੱਗੇ ਅਸੀਂ ਪੜ੍ਹਨ ਜਾ ਰਹੇ ਹਾਂ, ਕਹਿੰਦੀ ਵੀ ਅੱਛਾ ਪੁੱਤ ਤੁਹਾਡੇ ਕਰਮ। ਠੀਕ ਆ, ਕਿ ਆਪਾਂ ਇੱਥੋਂ ਤੱਕ ਪੜ੍ਹਿਆ ਸੀ ਨਾ, ਉੱਠ ਮੇਰਾ ਬੀਬਾ ਪੁੱਤ ਤੂੰ ਕਿਉਂ, ਅਤੇ ਉਹ ਫਿਸ ਪਈ ਉਸ ਡੂੰਘਾ ਹੌਕਾ ਭਰਿਆ। ਠੀਕ ਆ, ਅੱਗੇ ਬੇਟਾ ਜੀ ਅਸੀਂ ਪੜ੍ਹਦੇ ਹਾਂ, ਕਹਿੰਦੇ ਵੀ ਅੱਛਾ ਪੁੱਤ ਤੁਹਾਡੇ ਕਰਮ, ਅਤੇ ਫਿਰ ਉਸ ਦੇ ਚਥੀਂਦੇ ਹੋਠਾਂ ਵਿੱਚੋਂ ਇਹ ਗੱਲ ਜਿਵੇਂ ਬਾਹਰ ਆ ਹੀ ਗਈ, ਮੈਂ ਤਾਂ ਮਰੀਕ ਹਰੀਕੀ ਡੁੱਬ ਕੇ ਮਰ ਜਾਣਾ, ਜਦੋਂ ਲੱਭੀ ਨਾ ਤੂੰ ਦੱਸ ਦਈ। ਅਤੇ ਫਿਰ ਉਹ ਰੋਣ ਲੱਗ ਪਈ। ਬੇਟਾ ਜੀ ਉਹ ਆਪਣੀ ਮਾਨਸਿਕ ਜਿਹੜੀ ਉਹਦੀ ਸਥਿਤੀ ਆ, ਜੋ ਉਹ ਕਰਤਾਰ ਸਿੰਘ ਦੀਆਂ ਕੋਝੀਆਂ ਹਰਕਤਾਂ ਤੋਂ ਦੁਖੀ ਹੋਈ ਆ, ਇਸੇ ਕਰਕੇ ਉਹ ਕਹਿੰਦੀ ਆ ਵੀ ਮਰੀਕ, ਠੀਕ ਆ, ਆਪਣੇ ਵੱਡੇ ਮੁੰਡੇ ਨੂੰ ਕਹਿੰਦੀ ਆ ਵੀ ਮਰੀਕ ਮੈਂ ਮਰ ਜਾਣਾ ਵਾ। ਠੀਕ ਆ, ਮੈਂ ਮਰ ਜਾਣਾ ਵਾ ਅਤੇ ਤੂੰ ਦੱਸ ਦਈ। ਠੀਕ ਆ, ਆਪਣੇ ਪਿਓ ਕਰਤਾਰ ਸਿੰਘ ਨੂੰ ਦੱਸ ਦਈ, ਅਤੇ ਫਿਰ ਰੋਣ ਲੱਗ ਪਈ। ਅੱਗੋਂ ਅਮਰੀਕ ਸਿੰਘ ਜਿਹੜਾ ਵਾ ਅਮਰੀਕ ਸਿੰਘ ਉਹਦਾ ਵੱਡਾ ਪੁੱਤਰ ਕਹਿੰਦਾ ਵਾ ਵੀ ਅਮਰੀਕ ਦਾ ਵੀ ਰੋਣ ਨਿਕਲ ਗਿਆ। ਠੀਕ ਆ, ਉਸ ਤੋਂ ਬਾਅਦ ਕਹਿੰਦੇ ਮਾਂ ਨੇ ਉਸ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਅਤੇ ਫਿਰ ਦੋਵੇਂ ਦੀਵਾ ਬੁਝਾ ਕੇ ਲੇਟ ਗਏ। ਠੀਕ ਆ ਜੀ, ਅੱਗੇ ਕਹਿੰਦੇ ਦੋਹਾਂ ਨੂੰ ਨੀਂਦ ਨਹੀਂ ਸੀ ਪੈ ਰਹੀ। ਕਹਿੰਦੇ ਹੁਣ ਦੋਵਾਂ ਜਣਿਆਂ ਨੂੰ ਨੀਂਦ ਨਹੀਂ ਸੀ ਪੈ ਰਹੀ, ਨਾ ਜਗੀਰ ਕੌਰ ਨੂੰ ਨੀਂਦ ਆ ਰਹੀ ਸੀ, ਨਾ ਹੀ ਉਹਦੇ ਪੁੱਤਰ ਅਮਰੀਕ ਸਿੰਘ ਨੂੰ ਨੀਂਦ ਆ ਰਹੀ ਸੀ। ਕਹਿੰਦੇ ਕਦੀ ਕਦੀ ਮਾਂ ਦੇ ਮੂੰਹੋਂ ਵਾਹਿਗੁਰੂ ਕਹਿੰਦਾ ਲੰਮਾ ਹੌਕਾ ਹਵਾ ਵਿੱਚ ਰਲ ਜਾਂਦਾ। ਕਹਿੰਦੇ ਅਮਰੀਕ ਦੇ ਮਨ ਵਿੱਚ ਵਾਰ-ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ, ਮੈਂ ਤਾਂ ਮਰੀਕ ਹਕੀਕੀ ਡੁੱਬ ਕੇ ਮਰ ਜਾਣਾ ਵਾ, ਵੀ ਮੈਂ ਤਾਂ ਮਰੀਕ ਸੱਚੀ ਡੁੱਬ ਕੇ ਮਰ ਜਾਣਾ ਵਾ। ਠੀਕ ਆ, ਕਹਿੰਦੇ ਉਸਨੇ ਹਰੀਕੇ ਦਰਿਆ ਵੇਖਿਆ ਹੋਇਆ ਨਹੀਂ ਸੀ, ਪਰ ਅੱਖਾਂ ਵਿੱਚ ਉਹ ਆਪਣੀ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਅਤੇ ਉਸ ਦੇ ਫੁੱਲੇ ਹੋਏ ਸਰੀਰ ਨੂੰ ਵੇਖ ਰਿਹਾ ਸੀ। ਅਮਰੀਕ ਵੇਖ ਰਿਹਾ ਸੀ ਬੇਟਾ। ਠੀਕ ਆ, ਅਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੋ ਆ ਗਈ। ਕਹਿੰਦੇ ਵੀ ਉਹਦੀਆਂ ਅੱਖਾਂ ਦੇ ਸਾਹਮਣੇ ਹੁਣ ਮਾਈ ਗਾਬੋ ਆ ਗਈ, ਅਤੇ ਹੁਣ ਉਸ ਨੂੰ ਰਹਿ ਕੇ ਇਹ ਖਿਆਲ ਆਉਂਦਾ ਸੀ ਕਿ ਇੰਨੀ ਦੂਰ ਹਰੀਕੇ ਹੀ ਕਿਉਂ। ਠੀਕ ਆ, ਕਹਿੰਦੇ ਵੀ ਉਹਦੀ ਮਾਂ ਨਿਆਈਆਂ ਵਾਲੇ ਖੂਹ ਵਿੱਚ ਵੀ ਤਾਂ ਡੁੱਬ ਕੇ ਮਰ ਸਕਦੀ ਸੀ। ਠੀਕ ਆ, ਜਿੱਥੇ ਪਿੰਡ ਦੀ ਇੱਕ ਮਾਈ ਗਾਬੋ ਡੁੱਬ ਕੇ ਮੋਈ ਸੀ। ਠੀਕ ਆ, ਮੋਈ ਸੀ ਅਰਥ ਮਰੀ ਸੀ। ਠੀਕ ਆ, ਜਾਂ ਕਿਸੇ ਵੀ ਹੋਰ ਖੂਹ ਵਿੱਚ ਹਰੀਕੇ ਹੀ ਕਿਉਂ। ਠੀਕ ਆ, ਅਤੇ ਅੱਗੇ ਕਹਿੰਦੇ ਤੇ ਉਸ ਘੁੱਟ ਕੇ ਅੱਖਾਂ ਮੀਚੀਆਂ, ਉਸਨੇ ਕਿੰਨਾ ਪਾਪ ਕੀਤਾ ਸੀ। ਉਸ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਸੀ, ਉਸ ਨੂੰ ਤਾਂ ਇੱਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ। ਹੁਣ ਬੇਟਾ ਜੀ ਅਮਰੀਕ ਦੇ ਜਿਹੜੇ ਮਨ ਦੇ ਵਿੱਚ ਨਾ, ਠੀਕ ਆ, ਇਹ ਸੋਚ ਚੱਲ ਰਹੀ ਸੀ। ਠੀਕ ਆ, ਉਹਦੇ ਮਨ ਦੇ ਵਿੱਚ ਇਹ ਖਿਆਲ ਆ ਰਹੇ ਸੀ, ਕਿਉਂਕਿ ਉਹਦੀ ਮਾਂ ਨੇ ਉਹਨੂੰ ਇੱਕ ਦਿਨ, ਠੀਕ ਆ, ਜਿਹੜਾ ਆਪਣੇ ਪਤੀ ਕਰਤਾਰ ਸਿੰਘ ਤੋਂ ਦੁਖੀ ਹੋ ਕੇ ਇਹ ਕਹਿ ਦਿੱਤਾ ਸੀ ਵੀ ਮੈਂ ਇੱਕ ਦਿਨ ਜਿਹੜਾ ਵਾ ਮਰ ਜਾਣਾ, ਮੇਰਾ ਦਿਲ ਕਰਦਾ ਵੀ ਮੈਂ ਮਰ ਜਾਵਾਂ। ਠੀਕ ਆ, ਫਿਰ ਉਹਨੂੰ ਆਪਣੇ ਮਾਂ ਪ੍ਰਤੀ ਜਿਹੜੇ ਆ ਭੈੜੇ ਉਹਨੂੰ ਖਿਆਲ ਆਉਂਦੇ ਸੀ ਅਮਰੀਕ ਨੂੰ, ਵੀ ਮੇਰੀ ਮਾਂ ਕਿਤੇ ਹਰੀਕੇ ਦਰਿਆ ਦੇ ਵਿੱਚ ਜਾ ਕੇ, ਠੀਕ ਆ, ਡੁੱਬ ਕੇ ਨਾ ਮਰ ਜਾਵੇ। ਠੀਕ ਆ, ਜਾਂ ਉਹਨੂੰ ਕਈ ਵਾਰ ਇਹ ਖਿਆਲ ਆਉਂਦਾ ਸੀ ਵੀ ਇੱਡੀ ਦੂਰ ਜਾ ਕੇ ਉਹਨੇ ਕਿਉਂ ਮਰਨਾ ਵਾ, ਉਹ ਇੱਥੇ ਜਿਹੜਾ ਨਿਆਈ ਵਾਲਾ ਖੂਹ ਆ ਉਹਦੇ ਵਿੱਚ ਵੀ ਡੁੱਬ ਕੇ ਮਰ ਸਕਦੀ ਸੀ। ਠੀਕ ਆ ਬੇਟਾ, ਨਿਆਈ ਵਾਲਾ ਖੂਹ ਉਹਨੂੰ ਕਹਿੰਦੇ ਆ, ਨਿਆਈ ਵਾਲੀ ਜ਼ਮੀਨ ਉਹਨੂੰ ਕਹਿੰਦੇ ਜਿਹੜੀ ਪਿੰਡ ਦੇ ਆਲੇ ਦੁਆਲੇ ਜ਼ਮੀਨ ਹੋਵੇ। ਠੀਕ ਆ, ਇਸ ਕਰਕੇ ਉਹਨੂੰ ਨਿਆਈ ਵਾਲੀ ਜ਼ਮੀਨ ਕਹਿ ਦਿੱਤਾ ਜਾਂਦਾ ਵਾ। ਠੀਕ ਆ,
ਉਹਦੇ ਮਨ ਦੇ ਵਿੱਚ ਖਿਆਲ ਚੱਲਦੇ ਸਨ, ਠੀਕ ਆ। ਅਤੇ ਕਹਿੰਦੇ ਵੀ ਉਹ ਫਿਰ ਕਹਿੰਦਾ ਸੀ ਨਹੀਂ, ਮੈਨੂੰ ਆਪਣੀ ਮਾਂ ਪ੍ਰਤੀ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ, ਠੀਕ ਆ। ਅਤੇ ਕਹਿੰਦੇ ਅਤੇ ਉਹ ਆਪਣੇ ਪਿਓ 'ਤੇ ਹੈਰਾਨ ਹੋ ਗਿਆ, ਕਹਿੰਦੇ ਉਹ ਆਪਣੇ ਪਿਓ 'ਤੇ ਹੈਰਾਨ ਹੋ ਗਿਆ। ਅੱਜ ਵਾਂਗ ਤਾਂ ਉਸਨੇ ਕਦੀ ਵੀ ਨਹੀਂ ਸੀ ਪੀਤੀ, ਕਹਿੰਦੇ ਅੱਜ ਵਾਂਗੂ ਉਹਨੇ ਕਦੀ ਵੀ ਅੱਗੇ ਨਹੀਂ ਸੀ ਪੀਤੀ, ਜਿਸ ਤਰ੍ਹਾਂ ਅੱਜ ਉਹ ਪੀ ਕੇ ਘਰੇ ਆਇਆ ਸੀ ਅਤੇ ਜਗੀਰ ਕੌਰ ਨੂੰ ਉਹਨੇ ਬੁਰੀ ਤਰ੍ਹਾਂ ਹੀ ਕੁੱਟਿਆ ਸੀ, ਠੀਕ ਆ। ਕਹਿੰਦੇ ਉਸਦਾ ਤਾਂ ਕਦੀ ਵੀ ਉਸਦੀ ਮਾਂ ਨੂੰ ਨਹੀਂ ਸੀ ਕੁੱਟਿਆ। ਅਤੇ ਫਿਰ ਜਿਵੇਂ ਉਸਨੂੰ ਸਮਝ ਪਈ, ਠੀਕ ਆ। ਉਹਦੀ ਭੂਆ ਦੀਆਂ ਦੋਵੇਂ ਕੁੜੀਆਂ ਦਾ ਇਕੱਠਾ ਵਿਆਹ ਸੀ, ਕਹਿੰਦੇ ਹੁਣ, ਠੀਕ ਆ। ਉਹਦੀਆਂ ਜਿਹੜੀਆਂ ਭੂਆ ਵਾ ਉਹਨਾਂ ਦੀਆਂ ਦੋਵਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਅਤੇ ਉਸ ਆਪਣੇ ਇਕੱਲੇ ਭਰਾ ਨੂੰ ਠਣ ਬਣ ਕੇ ਆਉਣ ਲਈ ਕਿਹਾ ਸੀ। ਬੇਟਾ ਅਮਰੀਕ ਵਾ ਜਿਹੜਾ, ਉਹਦੀਆਂ ਜਿਹੜੀ ਭੂਆ ਦੀਆਂ ਕੁੜੀਆਂ ਉਹਨਾਂ ਦੋਵਾਂ ਦਾ ਇਕੱਠਾ ਵਿਆਹ ਸੀ, ਠੀਕ ਆ। ਅਤੇ ਉਹਨਾਂ ਨੇ ਕਰਤਾਰ ਸਿੰਘ ਨੂੰ ਕਿਹਾ ਸੀ, ਠੀਕ ਆ, ਵੀ ਤੂੰ ਠਣ ਕੇ ਆਉਣਾ ਵਾ, ਭਾਵ ਪੂਰੀ ਤਰ੍ਹਾਂ ਜਿਹੜਾ ਲੀੜਾ ਲੱਤਾ ਇਹਨਾਂ ਦਾ ਲੈ ਕੇ ਆਉਣਾ ਵਾ, ਠੀਕ ਆ। ਕਹਿੰਦੇ ਵਾਹੀਆਂ ਵਿੱਚੋਂ ਵੱਜਦਾ ਹੀ ਕੀ ਸੀ, ਠੀਕ ਆ। ਕਹਿੰਦੇ ਕਰਤਾਰ ਸਿੰਘ ਜਿਸ ਦਿਨ ਦਾ ਖੱਤ ਆਇਆ ਸੀ, ਖੱਤ ਦਾ ਅਰਥ ਹੈ ਬੇਟਾ ਚਿੱਠੀ ਪੱਤਰ, ਕਹਿੰਦੇ ਵੀ ਖਿਝਿਆ ਰਹਿੰਦਾ ਸੀ, ਉਹ ਖਿਝਿਆ ਰਹਿੰਦਾ ਸੀ ਵੀ ਵਾਹੀ ਵਿੱਚੋਂ ਤਾਂ ਕੁਝ ਵੱਜਦਾ ਨਹੀਂ ਆ, ਜਿਹੜਾ ਪੈਸਾ ਆਉਂਦਾ ਸੀ ਬਾਹਰੋਂ, ਠੀਕ ਆ, ਕਰਤਾਰ ਸਿੰਘ ਦੇ ਪਿਓ ਦਾ ਸਿੰਗਾਪੁਰੋਂ, ਉਹ ਵੀ ਹੁਣ ਬੰਦ ਹੋ ਗਿਆ ਸੀ ਕਿਉਂਕਿ ਉਹਦੇ ਪਿਤਾ ਦੀ ਮੌਤ ਹੋ ਗਈ ਸੀ। ਕਹਿੰਦੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ, ਕਹਿੰਦੇ ਉਹਨੇ ਸ਼ਾਹਾਂ ਤੋਂ ਪੁੱਛਿਆ ਸੀ, ਠੀਕ ਆ। ਸ਼ਾਹ ਨੂੰ ਕਹਿੰਦੇ ਆ ਅਮੀਰ, ਠੀਕ ਆ। ਕਹਿੰਦੇ ਸ਼ਾਹਾਂ ਤੋਂ ਪੁੱਛਿਆ ਸੀ, ਪਰ ਇੰਨਾ ਜ਼ਿਆਦਾ ਵਿਆਜ, ਕਹਿੰਦੇ ਜਿਹੜੇ ਸ਼ਾਹਾਂ ਨੇ ਪੈਸੇ ਤੇ ਉਹ ਦੇਣ ਲਈ ਤਿਆਰ ਹੋ ਗਏ ਸਨ, ਪਰ ਜ਼ਿਆਦਾ ਵਿਆਜ 'ਤੇ, ਠੀਕ ਆ। ਕਹਿੰਦੇ ਇੱਕੋ ਭੈਣ ਦਾ ਇੱਕੋ ਭਰਾ ਸੀ, ਕਹਿੰਦੇ ਇੱਕੋ ਜਿਹੜੀ ਭੈਣ ਵਾ, ਠੀਕ ਆ, ਉਹਦਾ ਇੱਕੋ ਭਰਾ ਸੀ, ਠੀਕ ਆ। ਕਹਿੰਦੇ ਭੈਣ ਨੇ ਲਿਖਿਆ ਸੀ ਕਿ ਉਸ ਕਿਹੜਾ ਰੋਜ਼ ਕੁੜੀਆਂ ਵਿਆਹੁਣੀਆਂ ਸਨ, ਠੀਕ ਆ। ਕਰਤਾਰ ਉਸਦੇ ਪਿਓ ਦੀ ਥਾਂ ਵੀ ਸੀ ਅਤੇ ਭਰਾ ਦੀ ਵੀ, ਅਤੇ ਕਰਤਾਰ ਸਿੰਘ ਜਗੀਰ ਕੌਰ ਨੂੰ ਆਪਣੀਆਂ ਟੁੰਮਾਂ ਦੇਣ ਲਈ ਕਹਿ ਰਿਹਾ ਸੀ, ਠੀਕ ਆ। ਟੁੰਮਾਂ ਬੇਟਾ ਗਹਿਣਾ, ਠੀਕ ਆ, ਗਹਿਣਾ ਦੇਣ ਲਈ ਕਹਿ ਰਿਹਾ ਸੀ। ਕਹਿੰਦੇ ਉਹ ਲਾਹੁਡੇ ਵੇਲੇ ਦਾ ਉਸ ਨੂੰ ਸਮਝਾ ਚੁੱਕਿਆ ਸੀ, ਪਰ ਉਹ ਕਹਿੰਦੀ ਸੀ ਮੇਰਾ ਅੱਗੇ ਕੀ ਰਹਿ ਗਿਆ ਵਾ। ਕਹਿੰਦੇ ਲਾਹੁਡੇ ਵੇਲੇ ਦਾ ਉਹਨੂੰ ਸਮਝਾ ਥੱਕਿਆ ਸੀ ਵੀ ਤੂੰ ਜਿਹੜਾ ਵਾ ਟੁੰਮਾਂ ਗਹਿਣਾ ਮੈਨੂੰ ਦੇ ਦੇ, ਪਰ ਉਹ ਅੱਗੋਂ ਜਿਹੜੀ ਆ ਜਗੀਰ ਕੌਰ ਕਹਿੰਦੀ ਸੀ ਅੱਗੇ ਮੇਰੇ ਕੋਲੋਂ ਕੀ ਰਹਿ ਗਿਆ ਵਾ, ਠੀਕ ਆ। ਸਾਰਾ ਗਹਿਣੇ ਘਰੇ ਹੀ ਖਾਧਾ ਗਿਆ ਹੋਇਆ, ਹੁਣ ਇਹ ਵੀ ਜਿਹੜਾ ਹੁਣ ਥੋੜ੍ਹਾ ਬਹੁਤਾ ਰਹਿ ਗਿਆ ਤੂੰ ਇਹ ਵੀ ਖਾ ਜਾਣਾ ਵਾ, ਠੀਕ ਆ। ਅੱਗੇ ਕਹਿੰਦੇ ਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਦੇ ਗਹਿਣੇ ਨਾ ਦੇ ਕੇ ਮਾੜੀ ਕਰ ਰਹੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਸੀ। ਕਹਿੰਦੇ ਅਮਰੀਕ ਨੂੰ ਹੁਣ ਇਹ ਸਮਝ ਨਹੀਂ ਸੀ ਲੱਗ ਰਹੀ, ਠੀਕ ਆ। ਅਤੇ ਇਸੇ ਉਧੇੜ ਬੁਣ ਵਿੱਚ ਉਸ ਦੀ ਅੱਖ ਲੱਗ ਗਈ, ਕਹਿੰਦੇ ਵੀ ਇਹ ਗੱਲਾਂ ਦੇ ਵਿੱਚ ਹੀ ਵੀ ਮਾਂ ਗਹਿਣਾ ਦੇਵੇ ਜਾਂ ਨਾ ਦੇਵੇ, ਠੀਕ ਆ, ਪਿਓ ਗਹਿਣਾ ਮੰਗੇ ਜਾਂ ਨਾ ਮੰਗੇ, ਠੀਕ ਆ, ਵੀ ਮਾਂ ਦਿੰਦੀ ਆ ਜਾਂ ਨਹੀਂ ਦਿੰਦੀ। ਕਹਿੰਦੇ ਇਹ ਜਿਹੜੀਆਂ ਗੱਲਾਂ ਦੇ ਵਿੱਚ ਹੀ, ਸੋਚਾਂ ਦੇ ਵਿੱਚ ਹੀ ਉਹਦੀ ਅੱਖ ਲੱਗ ਗਈ ਸੀ, ਭਾਵ ਉਹ ਨੀਂਦ ਆ ਗਈ ਸੀ, ਠੀਕ ਆ। ਕਹਿੰਦੇ ਭੂਆ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ, ਕਹਿੰਦੇ ਭੂਆ ਦੀਆਂ ਕੁੜੀਆਂ ਦੇ ਵਿਆਹ ਜਿਹੜੇ ਆ ਨਜਿੱਠੇ ਗਏ, ਭਾਵ ਕਿ ਉਹ ਵਿਆਹ ਪੂਰੇ ਜਿਹੜੇ ਹੋ ਗਏ, ਠੀਕ ਆ। ਕਹਿੰਦੇ 10 ਵਿੱਚੋਂ 2 ਕਿੱਲੇ ਗਹਿਣੇ ਧਰ ਦਿੱਤੇ ਗਏ, ਜਿਹੜੇ 10 ਕਿੱਲੇ ਸੀ, ਠੀਕ ਆ, ਕਰਤਾਰ ਸਿੰਘ ਦੇ ਕੋਲ। ਕਹਿੰਦੇ ਉਹ ਉਹਨਾਂ ਦੇ ਵਿੱਚੋਂ 2 ਜਿਹੜੇ ਕਿੱਲੇ ਆ ਉਹ ਗਹਿਣੇ ਧਰ ਦਿੱਤੇ ਗਏ, ਭਾਵ ਕਿ ਗਹਿਣੇ ਰੱਖ ਦਿੱਤੇ ਗਏ। ਕਹਿੰਦੇ ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ। ਹੁਣ ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵੀ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਸੀ। ਕਹਿੰਦੇ ਪੀਣਾ ਤਾਂ ਜਿਵੇਂ ਉਸ ਦਾ ਨੇਮ ਬਣ ਗਿਆ ਸੀ, ਪੀਣਾ ਤਾਂ ਕਹਿੰਦੇ ਉਹਦਾ ਨੇਮ ਬਣ ਗਿਆ ਸੀ, ਠੀਕ ਆ। ਉਹ ਸ਼ਰਾਬ ਨਾਲ ਗੁੱਟ ਘਰ ਆਉਂਦਾ, ਭਾਵ ਕਿ ਰੱਜਿਆ ਆਉਂਦਾ, ਠੀਕ ਆ। ਫਿਰ ਉਸ ਅਫੀਮ ਵੀ ਖਾਣੀ ਸ਼ੁਰੂ ਕਰ ਦਿੱਤੀ, ਕਹਿੰਦੇ ਉਹਨੇ ਅਫੀਮ ਵੀ ਖਾਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਹ ਆਦਤ ਦਾ ਗੁਲਾਮ ਹੁੰਦਾ ਗਿਆ, ਆਦਤ ਦਾ ਹੌਲੀ ਹੌਲੀ ਉਹ ਗੁਲਾਮ ਹੁੰਦਾ ਗਿਆ, ਭਾਵ ਗੁਲਾਮ ਦਾ ਅਰਥ ਹੁੰਦਾ ਨੌਕਰ ਹੁੰਦਾ ਗਿਆ, ਠੀਕ ਆ। ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਕਈ ਵਾਰੀ ਸਮਝਾਉਣ 'ਤੇ ਉਸ ਕੋਸ਼ਿਸ਼ ਵੀ ਕੀਤੀ ਸੀ ਕਿ ਛੱਡ ਦੇਵੇ, ਪਰ ਅਮਲ ਤਾਂ ਜਿਵੇਂ ਉਹਦੇ ਹੱਡਾਂ ਵਿੱਚ ਰੱਜ ਗਿਆ ਸੀ, ਠੀਕ ਆ, ਪਰ ਉਹ ਛੱਡਣ ਦਾ ਨਾਂ ਨਹੀਂ ਸੀ ਲੈਂਦਾ। ਕਹਿੰਦੇ ਅਮਰੀਕ ਦੇ ਵਹਿੰਦਿਆਂ ਕੁਝ ਸਾਲਾਂ ਵਿੱਚ ਹੀ ਉਸ ਦਾ ਪਿਓ ਨਸ਼ਿਆਂ ਕਰਕੇ ਬੁੱਢਾ ਹੋ ਗਿਆ ਸੀ, ਕਿਉਂਕਿ ਪਹਿਲਾਂ ਉਹ ਬੇਟਾ ਉਹਦੀ ਤੁਹਾਨੂੰ ਦੱਸਿਆ ਗਿਆ ਕਹਾਣੀ ਦੇ ਵਿੱਚ ਹੀ, ਉਹਦੀ ਜਿਹੜੀ ਦਾੜੀ ਸੀ, ਠੀਕ ਆ, ਉਹਦਾ ਜਿਹੜੀ ਦਾੜੀ ਸੀ ਉਹ ਬਹੁਤ ਕਾਲੀ ਸੀ, ਠੀਕ ਆ। ਪਹਿਲਾਂ ਅਮਰੀਕ ਨੂੰ ਕਈ ਕਹਿੰਦੇ ਸਨ ਵੀ ਇਹ ਤੇਰਾ ਭਰਾ ਵਾ, ਠੀਕ ਆ, ਇਹ ਤੇਰਾ ਪਿਓ ਨਹੀਂ ਲੱਗਦਾ। ਇਸ ਕਰਕੇ ਵੀ ਕਹਿੰਦੇ ਵੀ ਹੁਣ ਉਹ ਨਸ਼ੇ ਕਰਨ ਦਾ ਪਿਆ ਸੀ, ਅਤੇ ਕੁਝ ਹੀ ਜਿਹੜੇ ਦਿਨਾਂ ਦੇ ਵਿੱਚ ਹੀ ਉਹਦੀ ਜਿਹੜੀ ਆ ਸਾਲਾਂ ਦੇ ਵਿੱਚ ਜਿਹੜੀ ਦਾੜੀ ਆ ਉਹ ਚਿੱਟੀ ਜੇ ਹੋ ਗਈ ਸੀ, ਠੀਕ ਆ। ਕਹਿੰਦੇ
ਘਰ ਵਿੱਚ ਹਰ ਵੇਲੇ ਖੇਜ, ਗੁੱਸੇ ਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਸੀ। ਠੀਕ ਆ, ਇੰਜ ਹੌਲੀ ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜ੍ਹਦਾ ਗਿਆ। ਕਹਿੰਦੇ ਹੌਲੀ ਹੌਲੀ ਉਹਨਾਂ ਦੇ ਸਿਰ ਜਿਹੜਾ ਹੋਰ ਕਰਜ਼ਾ ਚੜ੍ਹਦਾ ਗਿਆ। ਜਗੀਰ ਕੌਰ ਚਾਹੁੰਦਿਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਹੀਂ ਸੀ ਮਰ ਸਕੀ। ਕਹਿੰਦੇ ਵੀ ਜਗੀਰ ਕੌਰ ਦਾ ਦਿਲ ਬਹੁਤ ਕਰਦਾ ਸੀ ਮੈਂ ਮਰ ਜਾਵਾਂ, ਕਿਉਂਕਿ ਉਹ ਦੁਖੀ ਸੀ ਕਰਤਾਰ ਸਿੰਘ ਦੀਆਂ ਆਦਤਾਂ ਤੋਂ, ਪਰ ਕਹਿੰਦੇ ਉਹ ਚਾਹੁੰਦੀ ਹੋਈ ਵੀ ਉਹਦਾ ਦਿਲ ਕਰਦਾ ਸੀ, ਪਰ ਫਿਰ ਵੀ ਉਹ ਨਹੀਂ ਸੀ ਮਰ ਸਕਦੀ। ਕਹਿੰਦੇ ਹੁਣ ਉਹ ਘਰ ਵਿੱਚ ਹੀ ਹਰ ਘੜੀ ਗੋਤੇ ਖਾਂਦੀ, ਡੁੱਬਦੀ, ਮਰਦੀ ਰਹਿੰਦੀ ਦੁੱਖਾਂ ਦੇ ਵਿੱਚ। ਠੀਕ ਆ, ਕਿ ਅੱਗੇ ਆ ਬੇਟਾ, ਕਹਿੰਦੇ ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਤੇ ਇੱਜ਼ਤ ਨਹੀਂ ਸੀ ਰਿਹਾ। ਹੁਣ ਕਰਤਾਰ ਸਿੰਘ ਦਾ ਜਿਹੜੀ ਪਹਿਲਾਂ ਇੱਜ਼ਤ ਮਾਣ ਸੀ ਪਿੰਡ ਵਿੱਚ, ਉਹ ਨਹੀਂ ਸੀ ਰਿਹਾ। ਕਿਉਂ ਨਹੀਂ ਸੀ ਰਿਹਾ? ਕਿਉਂਕਿ ਉਹ ਨਸ਼ਾ ਕਰਨ ਦਾ ਪਿਆ ਸੀ। ਠੀਕ ਆ, ਪਹਿਲੋਂ ਭਾਵੇਂ ਐਜ ਪ੍ਰਸਤੀ ਕਰਦਾ ਸੀ, ਪਰ ਨਸ਼ਾ ਨਹੀਂ ਸੀ ਖਾਂਦਾ। ਕਹਿੰਦੇ ਹੌਲੀ ਹੌਲੀ ਅੱਤ ਚੰਗਾ ਲੱਗਣ ਵਾਲਾ ਪਿਓ ਅਮਰੀਕ ਦੀਆਂ ਨਜ਼ਰਾਂ 'ਚੋਂ ਡਿੱਗ ਪਿਆ। ਕਹਿੰਦੇ ਜਿਹੜਾ ਬਹੁਤ ਚੰਗਾ ਲੱਗਦਾ ਸੀ, ਠੀਕ ਆ, ਅਮਰੀਕ ਨੂੰ ਆਪਣਾ ਪਿਓ, ਹੁਣ ਉਹਦੀਆਂ ਨਜ਼ਰਾਂ ਦੇ ਵਿੱਚ ਉਹ ਡਿੱਗ ਪਿਆ ਸੀ, ਭਾਵੇਂ ਕਿ ਉਹਨੂੰ ਭੈੜਾ ਲੱਗਣ ਲੱਗ ਪਿਆ ਸੀ। ਅਤੇ ਉਹ ਆਪਸ ਵਿੱਚ ਤਣੇ ਰਹਿੰਦੇ। ਕਹਿੰਦੇ ਹੁਣ ਉਹ ਆਪਸ ਦੇ ਵਿੱਚ ਤਣੇ ਰਹਿੰਦੇ ਸਨ। ਠੀਕ ਆ, ਉਹਨਾਂ ਦਾ ਜਿਹੜਾ ਵਾ ਆਪਸ ਦੇ ਵਿੱਚ ਜਿਹੜਾ ਤਣਾਅ ਜਿਹਾ ਬਣਿਆ ਰਹਿੰਦਾ ਸੀ। ਠੀਕ ਆ, ਇੱਕ ਦੂਸਰੇ ਪ੍ਰਤੀ। ਕਹਿੰਦੇ ਰਤਾ ਕੋ ਰਗੜ ਲੱਗਣ 'ਤੇ ਉਹਨਾਂ ਵਿਚਲਾ ਬਰੂਦ ਜਿਵੇਂ ਫਟ ਜਾਣ ਲਈ ਕਾਲਾ ਰਹਿੰਦਾ ਸੀ। ਕਹਿੰਦੇ ਰਤਾ ਕੋ ਜਿਹੜੀ ਮਾੜੀ ਜਿਹੀ ਲੜਾਈ ਜਦੋਂ ਸ਼ੁਰੂ ਹੁੰਦੀ ਸੀ, ਅਤੇ ਐਂ ਲੱਗਦਾ ਸੀ ਵੀ ਜਿਵੇਂ ਹੁਣ ਇੱਕ ਦੂਜੇ 'ਤੇ ਉਹਨਾਂ ਨੇ ਜਲਦੀ ਜਿਹੜੇ ਵਾਰ ਕਰ ਦੇਣੇ ਆ, ਭਾਵ ਲੜਾਈ ਜਿਹੜੀ ਆ ਪੂਰੀ ਤਰ੍ਹਾਂ ਮੱਘ ਜਾਣੀ ਆ। ਅਤੇ ਇਹ ਬਰੂਦ ਕਹਿੰਦੇ ਉਸ ਦਿਨ ਫਟ ਹੀ ਪਿਆ ਸੀ ਜਦੋਂ ਵੱਡੀ ਕੁੜੀ ਕਹਿੰਦੇ ਬੰਸੋ ਦਾ ਸਾਕ ਅਗਲਿਆਂ ਨੇ, ਠੀਕ ਆ, ਅਗਲਿਆਂ ਨੇ ਇਸ ਲਈ ਛੱਡ ਦਿੱਤਾ ਸੀ ਕਿ ਕੁੜੀ ਦਾ ਪਿਓ ਅਮਲੀ ਹੈ। ਕੁੜੀ ਦਾ ਪਿਓ ਕਿਹੜਾ ਬੇਟਾ? ਕਰਤਾਰ ਸਿੰਘ। ਕਹਿੰਦੇ ਉਹਨਾਂ ਘਰ ਤਾਂ ਭੰਗ ਭੁੱਜਦੀ ਹੈ। ਕਹਿੰਦੇ ਵੀ ਉਹਨਾਂ ਨੇ ਇਹ ਕਿਹਾ ਸੀ ਮੁੰਡੇ ਵਾਲਿਆਂ ਨੇ ਵੀ ਉਹਨਾਂ ਦੇ ਘਰ ਤਾਂ ਭੰਗ ਭੁੱਜਦੀ ਹੈ, ਭਾਵ ਕਿ ਉੱਥੇ ਕੁਝ ਵੀ ਨਹੀਂ ਆ। ਠੀਕ ਆ, ਹਾਂਜੀ ਬੇਟਾ, ਮੁੰਡੇ ਵਾਲੇ ਇਹ ਕਹਿੰਦੇ ਸਨ ਵੀ ਕਰਤਾਰ ਸਿੰਘ ਦੇ ਜਿਹੜਾ ਘਰ ਵਾ ਭੰਗ ਭੁੱਜਦੀ ਆ, ਭਾਵ ਕਿ ਕੁਝ ਨਹੀਂ ਹੈਗਾ। ਠੀਕ ਆ, ਕਹਿੰਦੇ ਅਮਰੀਕ ਇਸ ਗੱਲੋਂ ਖਿੱਝ ਕੇ ਝਗੜਿਆ ਸੀ ਤਾਂ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ, ਠੀਕ ਆ, ਮੈਂ ਆਪਦੇ ਪਿਓ ਦੀ ਜਾਇਦਾਦ ਖਾਨਾ ਓਏ। ਬੇਟਾ ਉਹਨੂੰ ਗੁੱਸੇ ਦੇ ਨਾਲ ਉਹ ਆਪਣੇ ਪੁੱਤਰ ਅਮਰੀਕ ਸਿੰਘ ਨੂੰ ਜਿਹੜਾ ਪਿਆ ਸੀ, ਕਿਉਂਕਿ ਜਿਹੜਾ ਵਾ ਅਮਰੀਕ ਸਿੰਘ ਨੇ ਆਪਣੇ ਪਿਓ ਨੇ ਇਹ ਸਮਝਾਇਆ ਸੀ ਵੀ ਤੂੰ ਜਿਹੜਾ ਵਾ ਪੈਸਾ ਨਾ ਖਰਾਬ ਕਰ, ਨਸ਼ੇ ਨਾ ਖਾ, ਸਾਡੀ ਜਿਹੜੀ ਪਿੰਡ ਦੇ ਵਿੱਚ ਇੰਨੀ ਇੱਜ਼ਤ ਸੀ, ਠੀਕ ਆ, ਤੂੰ ਸਾਡੀ ਬੇਇੱਜ਼ਤੀ ਕਰਵਾਤੀ ਆ, ਸਾਡੀ ਇੱਜ਼ਤ ਆ ਜਿਹੜੀ ਘਟ ਗਈ ਆ। ਅਤੇ ਅੱਗੋਂ ਜਵਾਬ ਜਿਹੜਾ ਵਾ ਕਰਤਾਰ ਸਿੰਘ ਨੇ ਇਹ ਜਵਾਬ ਦਿੱਤਾ ਸੀ ਆਪਣੇ ਪੁੱਤਰ ਅਮਰੀਕ ਸਿੰਘ ਨੂੰ ਵੀ ਮੈਂ ਆਪਣੇ ਪਿਓ ਦੀ ਜਾਇਦਾਦ ਖਾਨਾ ਓਏ, ਮੈਂ ਨਹੀਂ ਕਿਸੇ ਕੰਜਰ ਦੇ ਆਖਿਆ ਹਟਣਾ, ਵੀ ਮੈਂ ਕਿਸੇ ਦੇ ਆਖਿਆ ਨਹੀਂ ਹਟਣਾ, ਤੁਸੀਂ ਜੋ ਮਰਜ਼ੀ ਕਰ ਲੈ, ਤੂੰ ਮੈਨੂੰ ਕੀ ਦਿੰਦਾ ਏ? ਕਦੀ ਟਕਾ ਵੀ ਮੇਰੇ ਹੱਥ 'ਤੇ ਧਰਿਆ ਹੀ ਵੀ ਕਦੀ ਕੋਈ ਪੈਸਾ ਮੇਰੇ ਹੱਥ 'ਤੇ ਤੂੰ ਧਰਿਆ ਵਾ, ਰੱਖਿਆ ਵਾ? ਬਣਿਆ ਫਿਰਦਾ ਵੱਡਾ ਦਨਾ, ਤੂੰ ਵੱਡਾ ਦਾਨਾ ਬਣਿਆ ਫਿਰਦਾ ਵਾਂ। ਠੀਕ ਆ, ਜਿਹੜਾ ਵੱਡਾ ਬਣਿਆ ਫਿਰਦਾ ਵੱਡਾ ਦਨਾ। ਅਤੇ ਅਮਰੀਕ ਕਹਿੰਦੇ ਵੀ ਚੁੱਪ ਕਰ ਗਿਆ ਸੀ। ਕਹਿੰਦੇ ਅਮਰੀਕ ਇਹ ਗੱਲਾਂ ਜਿਹੜਾ ਸੁਣ ਕੇ ਆਪਣੇ ਪਿਓ ਕਰਤਾਰ ਸਿੰਘ ਦੀਆਂ ਚੁੱਪ ਕਰ ਗਿਆ ਸੀ। ਕਹਿੰਦੇ ਭਾਵੇਂ ਉਹ ਆਪਣੀ ਅੱਧੀ ਤਨਖਾਹ ਕਰ ਦਿੰਦਾ ਸੀ ਅਤੇ ਘਰ ਵਿੱਚ ਹੀ ਵਰਤੀਂਦੀ ਸੀ। ਠੀਕ ਆ, ਕਹਿੰਦੇ ਵੀ ਘਰ ਵਿੱਚ ਹੀ ਵਰਤੀ ਜਾਂਦੀ ਸੀ, ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਇਤਰਾਜ਼ ਸੀ। ਕਹਿੰਦੇ ਜਿਹੜਾ ਵਾ ਕਰਤਾਰ ਸਿੰਘ ਉਹਨੂੰ ਇਸ ਗੱਲ ਦਾ ਇਤਰਾਜ਼ ਸੀ, ਠੀਕ ਆ, ਸੀ ਕਿ ਉਹ ਤਨਖਾਹ ਆਪਣੀ ਮਾਂ ਦੇ ਹੱਥ 'ਤੇ ਹੀ ਧਰਦਾ ਹੈ, ਵੀ ਉਹ ਤਨਖਾਹ ਮੈਨੂੰ ਕਿਹੜਾ ਫੜਾਉਂਦਾ ਵਾ, ਆਪਣੀ ਮਾਂ ਦੇ ਹੱਥ 'ਤੇ ਧਰਦਾ। ਕਹਿੰਦੇ ਉਸ ਨੂੰ ਕਿਉਂ ਨਹੀਂ ਦਿੰਦਾ, ਵੀ ਉਹਨੂੰ ਕਿਉਂ ਨਹੀਂ ਦਿੰਦਾ? ਇਸੇ ਲਈ ਤਾਂ ਉਸ ਦੇ ਉੱਤੇ ਇਸ ਦਾ ਕੋਈ ਅਹਿਸਾਨ ਨਹੀਂ ਸੀ। ਕਹਿੰਦੇ ਇਸ ਦਾ ਕੋਈ ਅਹਿਸਾਨ ਨਹੀਂ ਸੀ, ਠੀਕ ਆ, ਅਮਰੀਕ ਦਾ। ਕਹਿੰਦੇ ਵੇ ਪੁੱਤਾ ਤੇਰੀ ਆਈ ਮੈਂ ਮਰ ਜਾਂਦੀ, ਵੇ ਮੈਨੂੰ ਰੋਲਣ ਨੂੰ ਛੱਡ ਕੇ ਤੁਰ ਗਿਓ, ਵੇ ਮੇਰਿਆ ਛਿੰਦਿਆ ਪੁੱਤਾ। ਮੰਜੀ 'ਤੇ ਹੱਡੀਆਂ ਦੀ ਮੁੱਠ ਬਣੀ ਬੁढ़ड़ी ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ। ਕੀਰਨੇ ਬੇਟਾ ਦੁੱਖ ਦੇ ਗੀਤ, ਠੀਕ ਆ। ਕਹਿੰਦੇ ਵੀ ਦੂਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ, ਰੋਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਕਹਿੰਦੇ ਹੈਂ ਕਮਲੀਏ ਤੁਸੀਂ ਕਿਉਂ ਰੋਂਦੀਆਂ ਜੇ, ਤੁਹਾਡੇ ਵੀਰ ਜਿਉਂਦੇ ਰਹਿਣ, ਤੁਹਾਨੂੰ ਕਿਸ ਗੱਲ ਦਾ ਘਾਟਾ? ਜਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਬੁੱਕਲ ਵਿੱਚ ਲੈ ਕੇ ਕਿਹਾ। ਠੀਕ ਆ, ਅਮਰੀਕ ਸਿੰਘ ਦੀਆਂ ਭੈਣਾਂ ਨੂੰ। ਠੀਕ ਆ, ਇਹਨਾਂ ਦੀ ਸੁੱਖ ਮੰਗੋ, ਤੁਹਾਨੂੰ ਦੋ ਨੂੰ ਤੇ ਉਹ ਵਿਆਹ ਗਿਆ। ਆ ਜਿਹੜੀ ਨਿਕੜੀ ਅਜੇ ਰਹਿੰਦੀ ਹੈ, ਜਿਹੜੀ 7ਵੀਂ ਕਲਾਸ 'ਚ ਪੜ੍ਹਦੀ ਸੀ ਬੇਟਾ, ਤੁਹਾਨੂੰ ਮੈਂ ਪਹਿਲਾਂ ਦੱਸਿਆ। ਅਤੇ ਆਹ ਘਾਹ-ਫੂ ਭਰ ਮੁੰਡਾ ਜਿਹਦੇ ਵਰਗਿਆਂ ਨੂੰ ਅਜੇ ਪਤਾ ਨਹੀਂ ਸੌਂ ਕੇ ਦਿਨ ਕਦੋਂ ਚੜ੍ਹਦਾ, ਵਿਚਾਰਾ ਉਦਣ ਦਾ ਹਲਾ ਮੰਗਰ ਖੁੱਚਾਂ ਤੜਾਉਂਦਾ
ਤੇ ਉਹਨਾਂ ਨੂੰ ਹੌਸਲਾ ਦਿੰਦੀ ਉਹ ਆਪ ਵੀ ਫਿਸ ਗਈ, ਆਪ ਵੀ ਉਹਦਾ ਬੇਟਾ ਰੋਣ ਨਿਕਲ ਆਇਆ। ਕਹਿੰਦੇ ਨੀ ਬੀਬੀ ਸਾਨੂੰ ਆਇਆਂ ਨੂੰ ਸਿਰ ਤੇ ਪਿਆਰ ਦੇ ਕੇ ਕੌਣ ਗੱਲ ਲਾਇਆ ਕਰੂ, ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ, ਵੱਡੀ ਕੁੜੀ ਦੀ ਲੇਰ ਨਿਕਲ ਗਈ। ਠੀਕ ਆ ਜੀ। ਕਹਿੰਦੇ ਅਮਰੀਕ ਗੁੰਮਸੁੰਮ ਹੋਇਆ ਬੈਠਾ ਸੀ। ਕਹਿੰਦੇ ਅਮਰੀਕ ਜਿਹੜਾ ਚੁੱਪ-ਚਾਪ ਹੁਣ ਬੈਠਾ ਸੀ, ਉਹਦਾ ਜੀ ਕੀਤਾ ਉਹਨਾਂ ਨੂੰ ਚੁੱਪ ਕਰਾਵੇ, ਪਰ ਉਸ ਮਹਿਸੂਸ ਕੀਤਾ ਜੇ ਉਹ ਬੋਲਿਆ ਤਾਂ ਉਸਦਾ ਰੋਣ ਨਿਕਲ ਜਾਵੇਗਾ। ਇਹ ਕੀ ਵਕਤ ਪਾ ਗਿਆ। ਠੀਕ ਆ। ਇਹ ਕਹਿੰਦੇ ਵੀ ਕੀ ਸਿਆਪਾ ਪਾ ਗਿਆ ਉਸਦਾ ਪਿਓ। ਇਮਾਰਤ ਹੇਠੋਂ ਜਿਵੇਂ ਵੱਡਾ ਥੰਮ ਖਿਸਕ ਗਿਆ ਹੋਵੇ ਤੇ ਸਾਰੀ ਇਮਾਰਤ ਡੋਲ ਰਹੀ ਹੋਵੇ। ਕਹਿੰਦੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਮਾਰਤ ਵਾ ਇੱਕ, ਠੀਕ ਆ, ਉਹਦੇ ਥੱਲਿਓਂ ਜਿਹੜਾ ਵੱਡਾ ਥੰਮ ਜਿਹੜਾ ਵਾ ਪਿਲਰ ਖਿਸਕ ਗਿਆ ਹੋਵੇ ਤੇ ਸਾਰੀ ਇਮਾਰਤ ਡੋਲ ਰਹੀ ਹੋਵੇ। ਉਹ ਨਤਾਣਾ ਜਾ ਹੋ ਕੇ ਫੇਰ ਲੇਟ ਗਿਆ। ਕਹਿੰਦੇ ਉਹ ਨਤਾਣਾ ਜਾ ਹੋ ਕੇ ਜਿਹੜਾ ਵਾ ਨਮਾਣਾ ਜਾ ਹੋ ਕੇ ਫੇਰ ਜਿਹੜਾ ਵਾ ਲੇਟ ਗਿਆ। ਕਹਿੰਦੇ ਧਿਆਨ ਪਾਸੇ ਪਾ ਕੇ ਉਹ ਘੜੀ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ। ਕਹਿੰਦੇ ਵੀ ਧਿਆਨ ਪਾਸੇ ਪਾ ਕੇ ਘੜੀ ਜਿਹੜਾ ਵਾ ਆਪਣੇ ਦੁੱਖਾਂ ਤੋਂ ਨਿਜਾਤ ਪਾਉਣਾ ਚਾਹੁੰਦਾ ਸੀ। ਠੀਕ ਆ। ਕਹਿੰਦੇ ਪਰਿਵਾਰ ਦੇ ਸਾਰੇ ਜੀਅ ਵਾਰ-ਵਾਰ ਉਸ ਦੀਆਂ ਨਜ਼ਰਾਂ ਅੱਗੋਂ ਗੁਜ਼ਰ ਲੱਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਉਸ ਦੇ ਸਿਰ 'ਤੇ ਆ ਪਈ ਸੀ। ਕਿਹਦੇ ਸਿਰ 'ਤੇ ਬੇਟਾ? ਅਮਰੀਕ ਦੇ ਸਿਰ 'ਤੇ, ਕਿਉਂਕਿ ਉਹਦੇ ਪਿਓ ਕਰਤਾਰ ਸਿੰਘ ਦੀ ਹੁਣ ਜਿਹੜੀ ਆ ਮੌਤ ਹੋ ਗਈ ਸੀ। ਠੀਕ ਆ, ਡੈਥ ਹੋ ਗਈ ਸੀ। ਕਹਿੰਦੇ ਭੈਣਾਂ ਨਾਲ ਭਰਾ ਦੇ ਨਾਲ ਪਿਓ ਦੀ ਥਾਂ ਵੀ ਵਰਤਣਾ ਸੀ। ਕਹਿੰਦੇ ਵੀ ਭੈਣਾਂ ਨਾਲ ਭਰਾ ਦੇ ਨਾਲ ਉਹਨੇ ਪਿਓ ਦੀ ਥਾਂ ਵੀ ਹੁਣ ਵਰਤਣਾ ਸੀ। ਠੀਕ ਆ, ਉਹਨਾਂ ਦੇ ਨਾਲ। ਕਹਿੰਦੇ ਛੋਟੀ ਨੂੰ ਜੋ ਅਜੇ ਪੜ੍ਹਦੀ ਸੀ ਪੜ੍ਹਾਉਣਾ ਸੀ ਵਿਆਹੁਣਾ ਸੀ। ਕਹਿੰਦੇ ਵੀ ਛੋਟੀ ਜਿਹੜੀ ਪੜ੍ਹਦੀ ਸੀ ਉਹਨੂੰ ਪੜ੍ਹਾਉਣਾ ਸੀ ਵਿਆਹੁਣਾ ਸੀ ਅਜੇ। ਕਹਿੰਦੇ ਮਾਂ ਦੇ ਹਰ ਦੁੱਖ ਸੁੱਖ ਦਾ ਖਿਆਲ ਰੱਖਣਾ ਸੀ। ਇਹ ਖਿਆਲ ਰੱਖਦਿਆਂ ਹੋਇਆਂ ਵੀ ਉਸ ਨੇ ਬੜੀ ਇਹਤਿਆਤ ਤੋਂ ਕੰਮ ਲੈਣਾ ਸੀ। ਠੀਕ ਆ। ਕਹਿੰਦੇ ਵੀ ਬੜੀ ਜਿਹੜੀ ਇਹਤਿਆਤ ਵਾ, ਉਹ ਇਹਤਿਆਤ ਹੁੰਦਾ ਬੇਟਾ ਸਾਵਧਾਨੀ ਤੋਂ। ਠੀਕ ਆ। ਉਹਨੇ ਅਜੇ ਕਹਿੰਦੇ ਬੜਾ ਕਹਿੰਦੇ ਭੈਣਾਂ ਦੇ ਕਿਸੇ ਕਾਰਜ 'ਤੇ ਆ ਗਿਆ, ਛੋਟਿਆਂ ਨਾਲੋਂ ਕੋਈ ਵੱਧ ਘੱਟ ਹੋ ਗਈ, ਉਹਨਾਂ ਵੀ ਅਤੇ ਲੋਕਾਂ ਵੀ ਆਖਣਾ ਸੀ ਵੱਡਾ ਭਰਾ ਹੀ ਹੈ ਨਾ। ਕਿਤੇ ਪਿਓ ਜਿਉਂਦਾ ਹੁੰਦਾ ਤਾਂ ਇਸ ਤਰ੍ਹਾਂ ਤਾਂ ਨਹੀਂ ਸੀ ਨਾ ਹੁੰਦੀ। ਕਹਿੰਦੇ ਮਾਂ ਨੂੰ ਵੀ ਮਹਿਸੂਸ ਨਹੀਂ ਸੀ ਹੋਣ ਦੇਣਾ, ਨਹੀਂ ਤਾਂ ਉਸ ਜਨਾਨੀਆਂ ਦੀਆਂ ਕੀਤੀਆਂ ਗੱਲਾਂ ਵਾਰ-ਵਾਰ ਯਾਦ ਆਉਣੀਆਂ ਸਨ। ਭੈਣੇ ਤੇਰਾ ਤਾਂ ਰਾਜ ਖੁੱਸ ਗਿਆ, ਮਰਜ਼ੀ ਨਾਲ ਅੰਦਰੋਂ ਕੱਢਦੀ ਸੈਂ ਵਰਤਦੀ ਸੈਂ, ਹੁਣ ਸੁੱਖ ਨਾਲ ਭਾਵੇਂ ਸਲੱਗ ਨੇ ਬੇਟਾ ਚੰਗੇ ਸੁਭਾਅ ਵਾਲੇ। ਠੀਕ ਆ, ਪਰ ਹਰ ਗੱਲੋਂ ਮੁੰਡਿਆਂ ਦੇ ਹੱਥਾਂ ਵੱਲ ਵੇਖੇਂਗੀ, ਸਿਰ ਦੇ ਸਾਈਂ ਨਾਲ ਤੇਰੀ ਤਾਂ ਸਰਦਾਰੀ ਤੁਰ ਗਈ। ਸਿਰ ਦਾ ਸਾਈਂ, ਠੀਕ ਆ, ਪਤੀ ਬੇਟਾ। ਠੀਕ ਆ। ਕਹਿੰਦੇ ਇਸ ਸਾਰੇ ਕੁਝ ਲਈ ਪੈਸੇ ਦੀ ਲੋੜ ਸੀ। ਕਹਿੰਦੇ ਵੀ ਇਹ ਸਾਰੇ ਕੰਮਾਂ ਨੂੰ ਕਰਨ ਵਾਸਤੇ ਜਿਹੜੇ ਉੱਪਰ ਆਪਾਂ ਗੱਲਾਂ ਕੀਤੀਆਂ ਵਾ, ਕਹਿੰਦੇ ਉਹਨਾਂ ਸਾਰੇ ਕਾਰਜਾਂ ਨੂੰ ਕਰਨ ਲਈ ਕੀ ਆ, ਕਹਿੰਦੇ ਵੀ ਪੈਸੇ ਦੀ ਲੋੜ ਸੀ। ਕਹਿੰਦੇ ਅਮਰੀਕ ਸੋਚਦਾ ਸੀ ਕਿ ਉਹ ਹੁਣ ਆਪ ਵਾਹੀ ਵੱਲ ਧਿਆਨ ਦੇਵੇਗਾ। ਕਹਿੰਦੇ ਵੀ ਪਿਓ ਦੀ ਮੌਤ ਤੋਂ ਬਾਅਦ, ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਹੁਣ ਅਮਰੀਕ ਨੇ ਇਹ ਸੋਚਿਆ ਕਿ ਉਹ ਜਿਹੜਾ ਵਾ ਵਾਹੀ ਵੱਲ ਆਪ ਚੰਗੀ ਤਰ੍ਹਾਂ ਧਿਆਨ ਦੇਵੇਗਾ, ਕਿਉਂਕਿ ਉਹਦਾ ਪਿਓ ਜਿਹੜਾ ਕਰਤਾਰ ਸਿੰਘ ਉਹ ਤਾਂ ਹਿੱਸੇ ਠੇਕੇ 'ਤੇ ਦੇ ਛੱਡਦਾ ਸੀ ਜਾਂ ਕਦੇ ਕੋਈ ਬੰਦਾ ਰੱਖਦਾ ਸੀ ਤਾਂ ਉਹਦੇ ਨਾਲ ਵਾਹੀ ਕਰਾਉਂਦਾ ਸੀ, ਆਪ ਕੁਝ ਨਹੀਂ ਸੀ ਕਰਦਾ। ਠੀਕ ਆ। ਵਿਹਲੜ ਸੀ ਇੱਕ ਭਾਵ ਉਹ ਵਿਹਲੜ ਸੀ। ਠੀਕ ਆ। ਕਹਿੰਦੇ 2-2.5 ਕਿੱਲੇ ਹੋਰ ਕੁੜੀਆਂ ਦੇ ਵਿਆਹ ਤੇ ਉਸ ਦੇ ਪਿਓ ਨੇ ਗਹਿਣੇ ਕਰ ਦਿੱਤੇ ਸਨ। ਕਹਿੰਦੇ 2-2.5 ਕਿੱਲੇ ਤੇ ਕੁੜੀਆਂ ਦੇ ਵਿਆਹ 'ਤੇ ਉਹਦੇ ਪਿਓ ਨੇ ਗਹਿਣੇ ਕਰ ਦਿੱਤੇ, ਜਿਹੜੀਆਂ 2 ਕੁੜੀਆਂ ਵਿਆਹੀਆਂ ਸਨ। ਕਹਿੰਦੇ ਉਸਦਾ ਖਿਆਲ ਸੀ ਕਿ ਬਚਦੇ 5-6 ਕਿੱਲਿਆਂ ਵਿੱਚ ਜੇ ਉਹ ਖਾਦ ਆਦ ਪਾ ਕੇ ਫਸਲ ਬੀਜਿਆ ਕਰਨਗੇ ਤਾਂ ਘਰ ਦਾ ਗੁਜ਼ਾਰਾ ਤੁਰ ਪਏਗਾ, ਭਾਵ ਕਿ ਘਰ ਦਾ ਗੁਜ਼ਾਰਾ ਵਧੀਆ ਚੱਲੇਗਾ। ਕਹਿੰਦੇ ਹੁਣ ਉਹ ਸਾਰੀ ਤਨਖਾਹ ਆਪਣੇ ਹੱਥੀਂ ਵਰਤਿਆ ਕਰੂ। ਅੱਗੇ ਤਾਂ ਸਾਰੀ ਤਨਖਾਹ ਖੇਰੂ ਹੋ ਜਾਂਦੀ ਸੀ, ਭਾਵ ਕਿ ਉੱਡ ਪੁੱਡ ਜਾਂਦੀ ਸੀ। ਕਹਿੰਦੇ ਉਸ ਨੂੰ ਆਸ ਸੀ ਕਿ ਜੇ ਹੁਣ ਮਹਿੰਦਰ ਵਾਹੀ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਤਾਂ ਹੌਲੀ ਹੌਲੀ ਉਹ ਆਪਣੀ ਜ਼ਮੀਨ ਵੀ ਛਡਾ ਲੈਣਗੇ। ਹੌਲੀ ਹੌਲੀ ਜ਼ਮੀਨ ਕਿਹੜੀ ਬੇਟਾ? ਜਿਹੜੀ ਗਹਿਣੇ ਪਈ ਆ। ਠੀਕ ਆ। ਇਹ ਜਿਹੜਾ ਬੇਟਾ ਉਹਦਾ ਮਹਿੰਦਰ ਭਰਾ ਵਾ, ਠੀਕ ਆ, ਉਹ ਵੀ ਆਲਸੀ ਆ। ਠੀਕ ਆ। ਕੰਮ ਚੋਰ ਵਾ, ਉਹਦਾ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਕਹਿੰਦੇ ਸਵੇਰੇ ਉਸਨੇ ਨੌਕਰੀ 'ਤੇ ਤੁਰ ਜਾਣਾ ਸੀ। ਕਿੰਨੇ ਬੇਟਾ? ਅਮਰੀਕ ਨੇ, ਕਿਉਂਕਿ ਇੱਕ ਸਰਕਾਰੀ ਮੁਲਾਜ਼ਮ ਸੀ ਉਹ। ਕਹਿੰਦੇ ਇਸ ਲਈ ਉਸਨੇ ਛੋਟੇ ਭਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਤੋਰ ਲਈ। ਮਹਿੰਦਰਾ ਤਕੜਾ ਹੋ ਕੇ ਪੈ ਜਾ ਕੰਮ ਨੂੰ, ਹੁਣ ਮੈਂ ਵੀ ਹਫ਼ਤੇ 10 ਦਿਨੀ ਗੇੜਾ ਮਾਰ ਜਿਆ ਕਰੂੰ। ਉਹ ਜਿਹੜੀ ਜੀਤੇ ਹੋਰਾਂ ਕੋਲ ਪੈਲੀ ਗਹਿਣੇ ਆ, ਉਸ ਲੈਣ ਵਾਲੇ ਬਚਦੇ ਪੌਣੇ ਕਿੱਲੇ 'ਚ ਪੱਠੇ ਵੀ ਛੱਡੀ ਵਾਹ ਕੇ ਮੈਂ ਪਰਸੋਂ ਵੇਖ ਕੇ ਆਇਆ, ਉਰਲੀ ਪੈਲੀ 'ਚ ਝੋਨਾ ਲਾਵਾਂਗੇ, ਠੀਕ ਹੈ ਨਾ। ਮਹਿੰਦਰ ਚੁੱਪ ਰਿਹਾ। ਕਹਿੰਦੇ ਮਹਿੰਦਰ ਚੁੱਪ ਰਿਹਾ ਕਿਉਂਕਿ ਉਹਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਆਲਸੀ ਆ, ਕੰਮ ਚੋਰ ਵਾ।
ਕਹਿੰਦੇ ਆਕਾਸ਼ ਵਿੱਚ ਤਾਰਿਆਂ ਨੂੰ ਘੂਰਦਾ ਰਿਹਾ ਤੇ ਫਿਰ ਪਾਸਾ ਬਦਲ ਕੇ ਲੰਮਾ ਪੈ ਗਿਆ। ਠੀਕ ਆ, ਜਿਵੇਂ ਉਹ ਜਾਣ ਬੁੱਝ ਕੇ ਨਾ ਬੋਲਣਾ ਚਾਹੁੰਦਾ ਹੋਵੇ। ਕੌਣ ਬੇਟਾ? ਮਿੰਦਰ। ਠੀਕ ਆ। ਅਮਰੀਕ ਫਿਰ ਬੋਲਿਆ ਤਾਂ ਜਗੀਰ ਕੌਰ ਨੇ ਕਿਹਾ ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਗਹਿਣੇ ਕਰ ਦਿੱਤਾ ਸੀ। ਠੀਕ ਆ, ਕਹਿੰਦੇ ਉਹ ਪੌਣਾ ਕਿੱਲਾ ਤਾਂ ਜਿਹੜਾ ਵਾ ਪਿਛਲੇ ਸਾਲ ਅਸੀਂ ਜਿਹਦੇ ਵਿੱਚ ਪੱਠੇ ਬੀਜਣ ਦੀ ਗੱਲ ਕੀਤੀ ਜਾ ਰਹੀ ਆ। ਕਿਹੜਾ ਉਤਲਾ? ਆਹੋ ਕਿਉਂ? ਉਹਦੀ ਆਵਾਜ਼ ਵਿੱਚ ਗੁੱਸਾ ਸੀ। ਕਿਹਦੀ ਆਵਾਜ਼ ਵਿੱਚ ਬੇਟਾ? ਅਮਰੀਕ ਸਿੰਘ ਦੀ। ਠੀਕ ਆ, ਕਹਿੰਦੇ ਆਹ ਤੇਰੀ ਭੈਣ ਦੀ ਸੱਸ ਦੇ ਇਕੱਠ 'ਤੇ ਜਦੋਂ ਗਏ ਸਾਂ, ਜਦੋਂ ਉਹਦੀ ਭੈਣ ਦੀ ਸੱਸ ਠੀਕ ਆ ਜਦੋਂ ਮਰ ਗਈ ਸੀ ਉਹਦੇ, ਕਹਿੰਦੇ ਵੀ ਜਦੋਂ ਇਕੱਠ 'ਤੇ ਗਏ ਸਾਂ ਉਦੋਂ ਠੀਕ ਆ ਮਾਂ ਦੱਬੀ ਆਵਾਜ਼ ਵਿੱਚ ਬੋਲੀ। ਮਾਂ ਕਹਿੰਦੇ ਵੀ ਦੱਬੀ ਆਵਾਜ਼ ਵਿੱਚ ਬੋਲਿਆ ਨੇ। ਠੀਕ ਆ, ਕਹਿੰਦੇ ਅਮਰੀਕ ਨੇ ਸੋਚਿਆ ਹੁਣ ਖਿਜਣ ਦਾ ਕੋਈ ਫਾਇਦਾ ਨਹੀਂ ਆ, ਵੀ ਹੁਣ ਇਹਨਾਂ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਆ। ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੇ ਨਾ ਪੈਂਦੀ। ਉਹ ਇਸ ਨੂੰ ਹੋਣੀ ਸਮਝ ਕੇ ਪੀ ਗਿਆ। ਠੀਕ ਆ, ਅਤੇ ਪਿੱਛੇ ਪੈਲੀ ਕਿਹੜੀ ਰਹਿ ਗਈ ਸੀ ਫਿਰ? ਕਹਿੰਦੇ ਉਸਨੇ ਜਿਵੇਂ ਖਲਾ ਨੂੰ ਪੁੱਛਿਆ ਹੋਵੇ, ਕੋਈ ਜਵਾਬ ਨਾ ਆਇਆ। ਠੀਕ ਆ, ਕਹਿੰਦੇ ਉੱਧਰੋਂ ਖਾਦ ਦੇ ਪੈਸੇ ਦੇਣੇ ਆ, ਪਤਾ ਨਹੀਂ ਕਿੱਥੇ ਖਾਦ ਪਾਉਂਦੇ ਰਹੇ, ਜੇ ਫਸਲ ਤਾਂ ਕਦੀ ਖਾਣ ਜੋਗੀ ਆਈ ਨਹੀਂ। ਉਹ ਆਪ ਹੀ ਬੁੜ ਕਰਕੇ ਚੁੱਪ ਕਰ ਗਿਆ। ਕਹਿੰਦੇ ਹੁਣ ਬੁੜ ਕਰਕੇ ਆਪਣੇ ਮੂੰਹ ਦੇ ਵਿੱਚ ਹੀ ਬੋਲ ਕੇ ਜਿਹੜਾ ਅਮਰੀਕ ਚੁੱਪ ਕਰ ਗਿਆ। ਠੀਕ ਆ, ਕਹਿੰਦੇ ਖਾਦ ਤਾਂ ਅੱਗੇ ਨਗਦ ਵੇਚ ਕੇ ਪੈਸੇ ਵੱਟ ਕੇ ਵਰਤ ਲੈ ਸਨ, ਖੇਤਾਂ ਵਿੱਚ ਕਿੱਥੇ ਪਈ ਸੀ? ਮਿੰਦਰ ਪਹਿਲੀ ਵਾਰ ਕਹਿੰਦੇ ਬੋਲਿਆ। ਕਹਿੰਦੇ ਖਾਦ ਦੇ ਤਾਂ ਜਿਹੜੇ ਆ ਖਾਦ ਤੇ ਵੇਚ ਲਈ ਸੀ, ਵੇਚ ਵੱਟ ਕੇ ਪੈਸੇ ਖਾ ਲਏ ਸੀ। ਠੀਕ ਆ, ਖੇਤਾਂ ਵਿੱਚ ਕਿੱਥੇ ਪਾਈ ਆ? ਕਹਿੰਦੇ ਉਹਦੀ ਆਵਾਜ਼ ਵਿੱਚ ਪਤਾ ਨਹੀਂ ਸੀ ਲੱਗਦਾ ਨਿਰਲੇਪਤਾ ਸੀ ਜਾਂ ਕੜਤਨ। ਕਹਿੰਦੇ ਉਹਦੀ ਆਵਾਜ਼ ਵਿੱਚ ਪਤਾ ਨਹੀਂ ਸੀ ਲੱਗਦਾ ਪਿਆਰ ਸੀ ਜਾਂ ਗੁੱਸਾ। ਠੀਕ ਆ, ਕਹਿੰਦੇ ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜ੍ਹਿਆ। ਕਹਿੰਦੇ ਅਮਰੀਕ ਇਹ ਸੁਣ ਕੇ ਅੰਦਰੋਂ ਨੂੰ ਵੱਟ ਚੜ੍ਹਿਆ, ਉਹਨੂੰ ਗੁੱਸਾ ਆਇਆ। ਮੈਂ ਆਨਾ ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹਿ ਜੇ? ਮਾਤਾ ਤੂੰ ਸਭ ਕੁਝ ਸਾਥੋਂ ਲੁਕਾਉਂਦੀ ਰਹੀ। ਉਹ ਆਪਣੀ ਮਾਂ ਜਗੀਰ ਕੌਰ ਨੂੰ ਕਹਿ ਰਿਹਾ ਵੀ ਤੂੰ ਸਾਡੇ ਕੋਲ ਸਾਰਾ ਕੁਝ ਲੁਕਾ ਕੇ ਰੱਖਿਆ ਵਾ, ਛੁਪਾ ਕੇ ਰੱਖਿਆ ਵਾ। ਉਹਦੀ ਆਵਾਜ਼ ਵਿੱਚ ਮਾਂ ਪ੍ਰਤੀ ਦਬਾਵਾਂ ਜਾਂ ਗੁੱਸਾ ਸੀ। ਕਹਿੰਦੇ ਵੀ ਦਬਾਵਾਂ ਜਾਂ ਗੁੱਸਾ ਸੀ। ਮੈਂ ਕੀ ਲੁਕਾਉਂਦੀ ਰਹੀ ਹਾਂ? ਤੂੰ ਤਾਂ ਘਰ ਦਾ ਖਹਿੜਾ ਹੀ ਛੱਡਿਆ ਹੋਇਆ ਸੀ। ਵੀ ਉਹ ਆਪਣੇ ਪੁੱਤਰ ਅਮਰੀਕ ਨੂੰ ਕਹਿੰਦੀ ਤੂੰ ਤਾਂ ਘਰ ਦਾ ਖਹਿੜਾ ਹੀ ਛੱਡਿਆ ਸੀ। ਉਹ ਮਨ ਮਰਜ਼ੀ ਕਰਦਾ ਸੀ, ਉਹਦੇ ਅਮਲ ਦਾ ਇੰਨਾ ਖਰਚਾ ਘਰੋਂ ਹੀ ਤਾਂ ਹੁੰਦਾ ਸੀ। ਤੂੰ ਅਣਜਾਣ ਤਾਂ ਨਾ ਬਣ। ਉਹ ਕਹਿੰਦੀ ਵੀ ਤੂੰ ਸਾਰਾ ਕੁਝ ਜਾਣਦਾ ਤਾਂ ਹੈਗਾ ਵਾ, ਤੂੰ ਹੁਣ ਜਾਣਦਾ ਹੈ ਵੀ ਅਣਜਾਣ ਕੋ ਬਣ ਰਿਹਾ ਵੀ ਮੈਨੂੰ ਕੁਝ ਪਤਾ ਨਹੀਂ ਆ। ਕਹਿੰਦੇ ਉਹ ਦੰਦ ਘੁੱਟੀ ਲੰਮਾ ਪਿਆ ਰਿਹਾ। ਇੰਨਾ ਪੈਸਾ ਉਹ ਕਿਵੇਂ ਇੰਨਾ ਪੈਸਾ ਉਹ ਕਿਵੇਂ ਉਤਰੇਗਾ? ਠੀਕ ਆ, ਇਹਦੇ ਵੀ ਇੰਨਾ ਪੈਸਾ ਉਹ ਜਿਹੜਾ ਉਹਨੇ ਲਿਆ ਵਾ, ਉਹਦੇ ਪਿਓ ਨੇ ਜਿਹੜਾ ਖਾ ਲਿਆ, ਉਹ ਕਿਵੇਂ ਉਤਾਰੇਗਾ, ਕਿਵੇਂ ਲਾਵੇਗਾ? ਠੀਕ ਆ, ਵਾਹੀ ਕਿਵੇਂ ਤੋਰੇਗਾ? ਵੀ ਹੁਣ ਵਾਹੀ ਕਿਵੇਂ ਤੋਰੇਗਾ? ਠੀਕ ਆ, ਵਾਹੀ ਕਿਵੇਂ ਕਰੇਗਾ? ਠੀਕ ਆ, ਝੋਨੇ ਲਈ ਖਾਦ ਵੀ ਚਾਹੀਦੀ ਸੀ, ਵੀ ਝੋਨਾ ਜਿਹੜਾ ਵਾ ਬੀਜਣਾ ਵਾ ਉਹਦੇ ਵਾਸਤੇ ਖਾਦ ਵੀ ਚਾਹੀਦੀ ਆ। ਕਹਿੰਦੇ ਮੱਖਣ ਸੌਂ ਵੀ ਇੱਕ ਪਰਨੋਟ ਲਈ ਫਿਰਦਾ ਸੀ। ਕਹਿੰਦੇ ਮੱਖਣ ਸਿੰਘ ਵੀ ਇੱਕ ਵਰਕਾ ਲਈ ਫਿਰਦਾ ਸੀ। ਠੀਕ ਆ, ਜੇ ਮੈਨੂੰ ਵਿਖਾਉਂਦਾ ਸੀ ਭਾਈਏ ਨੇ ਉਸ ਤੋਂ 500 ਰੁਪਈਆ ਵਿਆਜੀ ਫੜਿਆ। ਕਹਿੰਦੇ ਵੀ ਪਿਓ ਕਰਤਾਰ ਸਿੰਘ ਨੇ ਅਮਰੀਕ ਸਿੰਘ ਨੇ ਵੀ ਜਿਹੜਾ ਵਾ ਮੇਰੇ ਤੋਂ ਜਿਹੜਾ 500 ਰੁਪਈਆ ਵਿਆਜੀ ਲਿਆ ਸੀ। ਠੀਕ ਆ, ਮੈਨੂੰ ਆਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰ। ਠੀਕ ਆ, ਕਹਿੰਦੇ ਵੀ ਇਹ ਆਂਦਾ ਸੀ ਵੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰ। ਠੀਕ ਆ, ਕਹਿੰਦੇ ਮਹਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਖੋਲ੍ਹਿਆ ਜਿਵੇਂ ਮੱਥੇ ਵਿੱਚ ਕੁਝ ਪਟਕ ਕਰਕੇ ਮਾਰੀਦਾ ਵਾ। ਕਹਿੰਦੇ ਮੱਥੇ ਦੇ ਵਿੱਚ ਕੋਈ ਪਟਕ ਕਰਕੇ ਚੀਜ਼ ਮਾਰੀਦੀ ਆ। ਠੀਕ ਆ, ਲਓ ਹੋਰ ਸੁਣ ਲਓ, ਮੈਂ ਆਨਾ ਸਭ ਪਾਸੇ ਦੇਣਾ ਹੀ ਦੇਣਾ। ਕਹਿੰਦੇ ਵੀ ਮਹਿੰਦਰ ਵੀ ਹੁਣ ਕਹਿੰਦਾ ਸੀ ਵੀ ਮੈਂ ਆਨਾ ਵੀ ਸਭ ਪਾਸੇ ਕੀ ਆ ਦੇਣਾ ਹੀ ਦੇਣਾ ਵਾ। ਠੀਕ ਆ, ਲਓ ਹੋਰ ਸੁਣ ਲਓ, ਮੈਂ ਆਨਾ ਸਭ ਪਾਸੇ ਦੇਣਾ ਹੀ ਦੇਣਾ। ਅਮਰੀਕ ਉੱਠ ਕੇ ਬੈਠ ਗਿਆ। ਕਹਿੰਦੇ ਅਮਰੀਕ ਜਿਹੜਾ ਵਾ ਉੱਠ ਕੇ ਬੈਠ ਗਿਆ ਸੀ। ਠੀਕ ਆ, ਮਹਿੰਦਰ ਦੀ ਗੱਲ ਸੁਣ ਕੇ ਪਹਿਲਾਂ ਤਾਂ ਗੁੱਸੇ ਵਿੱਚ ਭਰ ਗਿਆ, ਪਰ ਫਿਰ ਹੌਲੀ ਹੌਲੀ ਉਹਦੇ ਮੱਥੇ ਦੀਆਂ ਕੱਸੀਆਂ ਹੋਈਆਂ ਨਾੜਾਂ ਢਿੱਲੀਆਂ ਪੈ ਗਈਆਂ। ਕਿਹਦੇ ਬੇਟਾ? ਅਮਰੀਕ ਦੇ। ਉਹਨੂੰ ਗੁੱਸਾ ਆ ਰਿਹਾ ਸੀ ਵੀ ਇੰਨਾ ਪੈਸਾ ਕਿੱਥੇ ਵਰਤਦੇ ਰਹੇ ਆ, ਕਿੱਥੇ ਖਰਚਦੇ ਰਹੇ ਆ, ਘਰ ਦਾ ਬਣਾਇਆ ਵੀ ਕੁਝ ਨਹੀਂ ਆ। ਠੀਕ ਆ, ਕਹਿੰਦੇ ਉਹ ਸੋਚਿਆ ਇਹ ਸਭ ਕੁਝ ਨੂੰ ਪ੍ਰਵਾਨ ਕਰਨਾ ਹੀ ਪੈਣਾ। ਕਹਿੰਦੇ ਉਹਨੇ ਅਮਰੀਕ ਨੇ ਇਹ ਸੋਚਿਆ ਵੀ ਇਹ ਸਭ ਕੁਝ ਹੁਣ ਜੇ ਇਹਨਾਂ ਨੇ ਗਲਤੀਆਂ ਕਰ ਹੀ ਦਿੱਤੀਆਂ ਵਾ ਤੇ ਪ੍ਰਵਾਨ ਕਰਨਾ ਪੈਣਾ ਵਾ। ਠੀਕ ਆ, ਤੇ ਫਿਰ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ ਉਹ ਬਾਬਾ ਇੱਕ ਵਾਰ ਦੱਸ ਦਿਓ ਕਿਹਦਾ ਕੀ ਦੇਣਾ ਹੈ, ਵੀ ਮੈਨੂੰ ਇੱਕੇ ਵਾਰੀ ਦੱਸ ਦਿਓ ਕਿਹਦੇ ਰੁਪਈਏ ਦੇਣੇ ਆ। ਠੀਕ ਆ, ਕਿਹਦੇ ਕੋਲ ਜ਼ਮੀਨ ਸਾਡੀ ਗਹਿਣੇ ਆ। ਕਹਿੰਦੇ ਹੌਲੀ ਕਿਉਂ ਲੱਗੇ ਹੋ? ਕਹਿੰਦੇ ਵੀ ਉਹ ਸਾਰੇ ਪਰਿਵਾਰ ਨੂੰ ਕਹਿੰਦੇ ਵੀ ਹੌਲੀ ਕਿਉਂ ਲੱਗੀ ਜੋ ਮੈਨੂੰ ਦੱਸਣ, ਇੱਕੇ ਵਾਰੀ ਦੱਸੋ ਕੀ ਕਜੀਆ ਪਿਆ ਵਾ। ਤੇ ਫਿਰ ਉਹ ਆਪ ਹੀ ਬੋਲਿਆ
ਨਾਲੇ ਘਰ ਗਵਾਇਆ ਨਾਲੇ ਭੜੂਆ ਖਵਾਇਆ। ਕਹਿੰਦੇ ਵੀ ਲੋਕੀ 100 ਗੱਲਾਂ ਕਰਦੇ ਨੇ, ਧਰਮ ਨਾਲ ਜੀ ਕਰਦਾ ਧਰਤੀ 'ਚ ਨਿੱਗਰ ਜਾਈ ਜਦੋਂ ਸੁਣੀਦਾ। ਠੀਕ ਆ, ਕਹਿੰਦੇ ਧਰਤੀ 'ਚ ਨਿੱਗਰ ਜੀਏ ਜਦੋਂ ਸੁਣੀਦਾ। ਕਹਿੰਦੇ ਉਹ ਪੀ ਕੇ ਉਸ ਮੋੜ 'ਤੇ ਪਿਆ ਸੀ ਕਦੀ ਉਸ ਮੋੜ 'ਤੇ। ਠੀਕ ਆ, ਕਹਿੰਦੇ ਵੀ ਉਹਦਾ ਪਿਓ ਜਿਹੜਾ ਪੀ ਕੇ ਕਰਤਾਰ ਸਿੰਘ ਸ਼ਰਾਬ ਨਾਲ ਰੱਜ ਕੇ ਕਦੀ ਉਹਦੇ ਉਸ ਮੋੜ 'ਤੇ ਪਿਆ ਹੁੰਦਾ ਸੀ ਪਿੰਡ ਦੇ, ਕਦੀ ਉਸ ਮੋੜ 'ਤੇ। ਠੀਕ ਆ, ਕਹਿੰਦੇ ਨਮੋਸ਼ੀ ਦੀ ਗੱਲ ਸੁਣਦਿਆਂ ਹੀ, ਠੀਕ ਆ, ਕਹਿੰਦੇ ਨਮੋਸ਼ੀ ਦੀ ਗੱਲ ਸੁਣਦਿਆਂ, ਨਮੋਸ਼ੀ ਬੜਾ ਸ਼ਰਮਿੰਦਗੀ। ਠੀਕ ਆ, ਕਹਿੰਦੇ ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ, ਸੱਚੀ ਭਾਜੀ ਅਸੀਂ ਤੇ ਤੁਹਾਨੂੰ ਡਰਦੇ ਦੱਸਦੇ ਨਹੀਂ ਸਾਂ ਉਦੋਂ, ਭਾਈਆ ਤਾਂ ਹੁਣ ਸੱਚੀ ਪੁੱਠੇ ਕੰਮੀ ਉਤਰ ਆਇਆ ਸੀ। ਭਾਈਆ ਤਾਂ ਹੁਣ ਪੁੱਠੇ ਕੰਮ ਕਰਨ ਲੱਗ ਪਿਆ ਸੀ। 2-3 ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੰਚਲ ਕਲੀ ਵਾਲੇ ਕੋਲ, ਕਹਿੰਦੇ ਵੀ ਉਹਨੇ ਵੇਚ ਦਿੱਤਾ ਸੀ। ਅਸੀਂ ਲੱਭਦੇ ਫਿਰੀਏ, ਪਿੱਛੋਂ ਪਤਾ ਲੱਗਾ ਫਿਰ ਚੰਚਲ ਤੋਂ ਮੋੜ ਕੇ ਆਂਦਾ ਪੈਸੇ ਦੇ ਕੇ, ਵੀ ਉਹਦੇ ਕੋਲ ਲਿਆਂਦਾ ਸੀ ਪੈਸੇ ਦੇ ਕੇ। ਠੀਕ ਆ, ਕਹਿੰਦੇ ਅਮਰੀਕ ਨੂੰ ਇੱਕ ਧੱਕਾ ਜਿਹਾ ਲੱਗਾ। ਉਹ ਸੋਚਿਆ ਜੇ ਕਿਧਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹ ਕੀ ਮੂੰਹ ਦਿਖਾਉਂਦਾ। ਠੀਕ ਆ, ਵੀ ਉਹਨਾਂ ਦੀ ਜਿਹੜੀ ਆ ਸਾਰੇ ਪਿੰਡ ਦੇ ਵਿੱਚ ਜਿਹੜੀ ਬੇਇੱਜ਼ਤੀ ਹੋ ਜਾਣੀ ਸੀ। ਕਹਿੰਦੇ ਹੋ ਸਕਦਾ ਸੀ ਉਸ ਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ ਸੀ। ਠੀਕ ਆ, ਕਹਿੰਦੇ ਹੋ ਸਕਦਾ ਸੀ ਉਸ ਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਕੀ ਆ ਭਾਂਡੇ ਚੁੱਕਣੇ ਵੀ ਸ਼ੁਰੂ ਕਰ ਦਿੰਦਾ। ਅਤੇ ਇਹ ਸਭ ਕੁਝ ਸੋਚਦਿਆਂ ਉਹ ਜਿਵੇਂ ਨਮੋਸ਼ੀ ਵਿੱਚ ਗਰਕ ਹੁੰਦਾ ਜਾ ਰਿਹਾ ਸੀ। ਠੀਕ ਆ, ਸ਼ਰਮਿੰਦਗੀ ਵਿੱਚ ਕਹਿੰਦੇ ਵੀ ਅਮਰੀਕ ਜਿਵੇਂ ਹੁਣ ਗਰਕ ਹੁੰਦਾ ਜਾ ਰਿਹਾ ਸੀ। ਠੀਕ ਆ, ਤੁਸੀਂ ਛੱਡੋ ਉਹਦੀਆਂ ਗੱਲਾਂ, ਉਹ ਤਾਂ ਚੰਚਲ ਦੀ ਹੱਟੀ 'ਚ ਵੜ ਕੇ ਕਈ ਵਾਰ ਨਸਵਾਰ ਵੀ ਲੈਂਦਾ ਸੀ, ਨਸ਼ਾ ਵੀ ਕਹਿੰਦੇ ਕਰਦਾ ਸੀ। ਅਤੇ ਹੁਣ ਤਾਂ ਫੀਮ ਦੀ ਥਾਂ ਉਹ ਨਸ਼ੇ ਦੀਆਂ ਗੋਲੀਆਂ ਜਿਹੀਆਂ ਵੀ ਖਾਂਦਾ ਸੀ, ਅਤੇ ਉਹ ਬੀੜਾ ਜਾ ਵੀ ਲੈਂਦਾ ਸੀ। ਬੀੜਾ ਤੰਬਾਕੂ ਜਿਹਨੂੰ ਅਸੀਂ ਬੋਲਦੇ ਹਾਂ। ਠੀਕ ਆ, ਕਹਿੰਦੇ ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ ਚੰਗਾ ਆ ਉਹਦੇ ਪਿਓ ਦੀਆਂ ਇਹ ਗੱਲਾਂ ਉਸ ਕੋਲੋਂ ਲੁਕੀਆਂ ਰਹੀਆਂ। ਕਹਿੰਦੇ ਵੀ ਮਹਿੰਦਰ ਦੀ ਗੱਲ ਵੀ ਸੁਣ ਕੇ ਅਮਰੀਕ ਨੇ ਸੋਚਿਆ ਕਿ ਚੰਗਾ ਉਹਦੇ ਪਿਓ ਦੀਆਂ ਜਿਹੜੀਆਂ ਮਾੜੀਆਂ ਹਰਕਤਾਂ ਵਾ ਉਹਦੇ ਕੋਲੋਂ ਲੁਕੀਆਂ ਰਹੀਆਂ ਵਾ, ਛਿਪੀਆਂ ਰਹੀਆਂ ਵਾ। ਇੰਝ ਉਹ ਸ਼ਰੇਆਮ ਨਹੀਂ ਸੀ ਕਰਦਾ, ਵੀ ਇੰਝ ਉਹ ਸ਼ਰੇਆਮ ਨਹੀਂ ਸੀ ਕਰਦਾ। ਇਸ ਲਈ ਹੋ ਸਕਦਾ ਸੀ ਲੋਕਾਂ ਨੂੰ ਵੀ ਉਸ ਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੀ ਹੋਵੇ। ਜੇ ਉਹਦਾ ਪਿਓ ਸ਼ਰੇਆਮ ਭਾਂਡੇ ਚੁੱਕਦਾ, ਨਸਵਾਰ ਲੈਂਦਾ ਅਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਰਹਿਣੀ ਸੀ ਭਲਾ। ਕਹਿੰਦੇ ਅੱਗੇ ਵੱਡੀ ਕੁੜੀ ਦੇ ਸਾਗ ਟੁੱਟਣ ਦੀ ਨਮੋਸ਼ੀ ਸ਼ਰਮਿੰਦਗੀ ਨੇ ਉਹਦੀ ਜ਼ਮੀਰ ਨੂੰ ਧੁਰ ਅੰਦਰੋਂ ਜ਼ਖਮੀ ਕਰ ਦਿੱਤਾ ਸੀ। ਕਹਿੰਦੇ ਵੀ ਉਹਦੀ ਜ਼ਮੀਰ ਵਾ ਜਿਹੜੀ ਉਹਨੂੰ ਧੁਰ ਅੰਦਰੋਂ ਜ਼ਖਮੀ ਕਰ ਦਿੱਤਾ ਸੀ। ਠੀਕ ਆ, ਕਿਉਂ ਬੀਬੀ ਠੀਕ ਗੱਲ ਹੈ, ਉਸ ਨੂੰ ਭਰੇ ਪੀਤੇ ਨੂੰ ਇਤਰਾਜ਼ ਸੀ। ਕਹਿੰਦੇ ਵੀ ਉਹਨੂੰ ਭਰੇ ਪੀਤੇ ਨੂੰ ਇਤਰਾਜ਼ ਸੀ। ਉਹਦੀ ਮਾਂ ਨੇ ਉਸ ਨੂੰ ਰੁਪਏ ਕਰਜ਼ ਚੁੱਕਣ, ਜ਼ਮੀਨ ਗਹਿਣੇ ਪਾਉਣ ਅਤੇ ਇਸ ਤਰ੍ਹਾਂ ਉਹਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਕਿਉਂ ਨਹੀਂ ਸੀ ਦੱਸਿਆ। ਬੇਟਾ ਕਿਹਨੂੰ ਨਹੀਂ ਸੀ ਦੱਸਿਆ, ਕਿਹਦੀ ਬਾਰੇ ਗੱਲ ਹੋ ਰਹੀ ਆ। ਠੀਕ ਆ, ਕਿਹਨੂੰ ਇਹ ਸਾਰੀਆਂ ਗੱਲਾਂ ਪਤਾ ਲੱਗ ਰਹੀਆਂ ਵਾ ਵੀ ਉਹਦੇ ਪਿਓ ਦੀਆਂ, ਚਲੋ ਉਹਦੇ ਕੋਲੋਂ ਗੱਲਾਂ ਲੁਕੀਆਂ ਰਹੀਆਂ, ਉਹ ਸ਼ਰੇਆਮ ਤੇ ਇਸ ਤਰ੍ਹਾਂ ਨਹੀਂ ਕਰਦਾ, ਅਮਰੀਕ ਨੂੰ। ਠੀਕ ਆ, ਕਹਿੰਦੇ ਠੀਕ ਆ, ਹੋਰ ਝੂਠ ਥੋੜ੍ਹਾ। ਸਭ ਤੋਂ ਛੋਟੀ ਕੁੜੀ ਬੋਲ ਪਈ, ਕਹਿੰਦੀ ਵੀ ਹਾਂ ਠੀਕ ਆ, ਜਿਹੜਾ ਵਾ ਸਾਡਾ ਪਿਓ ਇਸ ਤਰ੍ਹਾਂ ਹੀ ਕਰਤਾਰ ਸਿੰਘ ਕਰਦਾ ਰਿਹਾ ਵੀ ਇਸ ਗੱਲ ਵਿੱਚ ਕੋਈ ਝੂਠ ਨਹੀਂ ਆ, ਇਹ ਬਿਲਕੁਲ ਸੱਚ ਵਾ। ਠੀਕ ਆ, ਕਹਿੰਦੇ ਇਸ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਬਚਦੀ ਸੀ, ਜੇ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪਾਏ ਜਾਣੀ ਸੀ। ਕਹਿੰਦੇ ਵੀ 2 ਕਿੱਲੇ ਜਿਹੜੀ ਸਾਡੇ ਕੋਲ ਜ਼ਮੀਨ ਬਚੀ ਆ, ਠੀਕ ਆ, ਜੇਕਰ ਇਸੇ ਤਰ੍ਹਾਂ ਹੀ ਉਹ ਨਸ਼ਾ ਕਰਦਾ ਰਹਿੰਦਾ ਤਾਂ 2 ਕਿੱਲੇ ਵੀ ਜਿਹੜੀ ਗਹਿਣੇ ਪੈ ਜਾਣੀ ਸੀ, ਭਾਵ ਕਿ ਸਾਰਾ ਕੰਮ ਖਤਮ ਹੋ ਜਾਣਾ ਸੀ। ਕਹਿੰਦੇ ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਕਿ ਮਹਿੰਦਰ ਬੋਲ ਪਿਆ, ਪਿੱਛੇ ਰਹਿ ਜਾਣਾ ਸੀ ਠੁਣ ਗੋਪਾਲ। ਠੀਕ ਆ, ਵੀ ਪਿੱਛੇ ਕੁਝ ਨਹੀਂ ਸੀ ਰਹਿ ਜਾਣਾ ਭਾਵ। ਠੀਕ ਆ, ਕਹਿੰਦੇ ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ। ਉਹਦੇ ਹਾਸੇ ਵਿੱਚ ਨਾ ਹੀ ਕੋਈ ਖੁਸ਼ੀ ਸੀ ਅਤੇ ਨਾ ਹੀ ਕੋਈ ਦਰਦ। ਕਹਿੰਦੇ ਉਹਦੇ ਹਾਸੇ ਵਿੱਚ ਨਾ ਤਾਂ ਕੋਈ ਖੁਸ਼ੀ ਸੀ, ਨਾ ਹੀ ਕੋਈ ਦਰਦ ਸੀ। ਠੀਕ ਆ, ਕਹਿੰਦੇ ਅਜੀਬ ਤਰ੍ਹਾਂ ਦਾ ਇੱਕ ਬੇਰੰਗਾ ਸਾਚੀ, ਕਹਿੰਦੇ ਅਜੀਬ ਤਰ੍ਹਾਂ ਦਾ, ਵੱਖਰੀ ਤਰ੍ਹਾਂ ਦਾ ਇੱਕ ਬੇਰੰਗਾ ਸਾਚੀ। ਠੀਕ ਆ, ਕਹਿੰਦੇ ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ 1-2 ਜੀ ਹੌਲੀ ਜਿਹੀ ਹੱਸੇ। ਕਹਿੰਦੇ ਹਨੇਰੇ ਵਿੱਚ ਹੁਣ ਉਹਦੀ ਗੱਲ ਸੁਣ ਕੇ ਮਹਿੰਦਰ ਦੀ, ਠੀਕ ਆ, ਪਰਿਵਾਰ ਦੇ ਜਿਹੜੇ ਕੁਝ ਜੀਅ ਵੀ ਕਹਿੰਦੇ ਹੱਸ ਪਏ ਸਨ। ਠੀਕ ਆ, ਕਹਿੰਦੇ ਇੰਝ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ। ਠੀਕ ਆ, ਸਾਰਿਆਂ ਦੀ ਸਹਿਮਤੀ ਨਾਲ ਕਹਿੰਦੇ ਵੀ ਪ੍ਰਵਾਨ ਹੋ ਗਈ ਸੀ। ਠੀਕ ਆ, ਅਤੇ ਉਹ ਇਸ ਘਰ ਦੇ ਸਾਈਂ, ਕਹਿੰਦੇ ਉਹ ਇਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ 'ਤੇ ਜਿਵੇਂ ਜਿਹੜੇ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਠੀਕ ਆ,
ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਕਹਿੰਦੇ ਵੀ ਵੇਲੇ ਸਿਰ ਘਰ ਦੇ ਸਾਈਂ ਦੇ ਜਿਹੜੇ ਤੁਰ ਜਾਣ 'ਤੇ ਜਿਵੇਂ ਉਹ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਸੁਰਖਰੂ ਹੋਏ ਸਰਖਰੂ ਬੇਟਾ ਹੁੰਦਾ ਵਾ, ਠੀਕ ਆ। ਸਰਖਰੂ ਅਸੀਂ ਉਹਨੂੰ ਕਹਿੰਦੇ ਆ, ਜਿਸ ਤਰ੍ਹਾਂ ਸਰਖਰੂ ਉਹਨੂੰ ਬੋਲਦੇ ਆ ਜਿਹੜਾ ਕੋਈ ਜ਼ਿੰਮੇਵਾਰੀ ਜਿਹੜਾ ਆਪਣੀ ਨਿਭਾ ਕੇ, ਭਾਵ ਕਿ ਕੋਈ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਕੇ, ਠੀਕ ਆ, ਫਿਰ ਮੁਕਤ ਹੋ ਜਾਂਦਾ ਵਾ, ਭਾਵ ਕਿ ਆਜ਼ਾਦ ਹੋ ਜਾਂਦਾ ਵਾ, ਠੀਕ ਆ। ਕਹਿੰਦੇ ਵੀ ਚਲੋ ਠੀਕ ਹੋਇਆ, ਠੀਕ ਆ। ਉਹ ਪਰਿਵਾਰ ਦੇ ਜਿਹੜੇ ਮੈਂਬਰ ਇਸ ਤਰ੍ਹਾਂ ਮਹਿਸੂਸ ਕਰ ਰਹੇ ਸਨ, ਇਸ ਤਰ੍ਹਾਂ ਉਹਨਾਂ ਨੂੰ ਅਨੁਭਵ ਹੋ ਰਿਹਾ ਸੀ ਵੀ ਜਿਵੇਂ ਉਹਨਾਂ ਦਾ ਜਿਹੜਾ ਪਿਤਾ ਵਾ, ਠੀਕ ਆ, ਕਿਸੇ ਜ਼ਿੰਮੇਵਾਰੀ ਨੂੰ ਨਿਭਾ ਕੇ ਹੁਣ ਆਜ਼ਾਦ ਹੋ ਗਿਆ ਸੀ, ਮੁਕਤ ਹੋ ਗਿਆ ਸੀ, ਉਹਨਾਂ ਤੋਂ ਤੁਰ ਗਿਆ ਸੀ, ਠੀਕ ਆ। ਪਰ ਫਿਰ ਵੀ ਬੇਟਾ ਉਹ ਭਾਵੇਂ ਤੁਰ ਗਿਆ ਸੀ, ਫਿਰ ਵੀ ਉਹ ਜਿਹੜਾ ਵਾ ਉਹਨਾਂ ਨੂੰ ਆਪਣੇ ਅੰਗ ਸੰਗ ਹੀ ਲੱਗਦਾ ਸੀ, ਠੀਕ ਆ। ਉਹਨਾਂ ਨੂੰ ਅੰਗ ਸੰਗ ਹੀ ਲੱਗਦਾ ਸੀ ਵੀ ਜਿਵੇਂ ਇਹ ਸਾਡੇ ਨਾਲ ਹੀ ਆ। ਹਾਂਜੀ ਬੇਟਾ, ਇਸ ਕਹਾਣੀ ਵਿੱਚ, ਠੀਕ ਆ, ਸਹੀ ਰੂਪ ਦੇ ਵਿੱਚ ਕੀ ਬਿਆਨ ਕੀਤਾ ਗਿਆ ਵਾ, ਠੀਕ ਆ। ਇਹਦੇ ਵਿੱਚ ਇਹ ਦੱਸਿਆ ਗਿਆ ਵਾ ਵੀ ਜਿਹੜਾ ਕਰਤਾਰ ਸਿੰਘ ਵਾ ਉਹ ਨਸ਼ਿਆਂ ਦਾ ਆਦੀ ਹੋ ਜਾਂਦਾ ਵਾ, ਠੀਕ ਆ। ਕਰਤਾਰ ਸਿੰਘ ਵਾ ਜਿਹੜਾ ਉਹ ਨਸ਼ਿਆਂ ਦਾ ਜਿਹੜਾ ਆਦੀ ਹੋ ਜਾਂਦਾ ਵਾ, ਠੀਕ ਆ। ਅਤੇ ਜਿਸ ਕਾਰਨ ਉਹਨੂੰ ਨਾ ਜਿਹੜਾ ਵਾ ਆਪਣੀ ਥੋੜ੍ਹੀ ਜਿਹੀ ਉਮਰ ਵਿੱਚ, ਛੋਟੀ 45 ਸਾਲ ਦੀ ਉਮਰ ਦੀ ਵਿੱਚ ਹੀ, ਠੀਕ ਆ, ਜਿਹੜੇ ਆ ਆਪਣੀ ਜ਼ਿੰਦਗੀ ਤੋਂ ਜਿਹੜੇ ਹੱਥ ਧੋਣੇ ਪੈ ਜਾਂਦੇ ਆ, ਠੀਕ ਆ। ਕਹਿੰਦੇ ਉਸ ਦੀ ਮੌਤ ਤੋਂ ਬਾਅਦ ਜਿਹੜਾ ਪੁੱਤਰ ਵਾ ਜੋ ਅਮਰੀਕ ਵਾ, ਜਿਹੜਾ ਸਰਕਾਰੀ ਨੌਕਰੀ ਕਰਦਾ, ਬਹੁਤਾ ਘਰੋਂ ਬਾਹਰ ਹੀ ਰਹਿੰਦਾ ਵਾ, ਅਤੇ ਉਹਦੇ ਸਿਰ 'ਤੇ ਹੀ ਹੁਣ ਜਿਹੜੀਆਂ ਪਰਿਵਾਰ ਦੀਆਂ ਸਾਰੀ ਜ਼ਿੰਮੇਵਾਰੀਆਂ ਵਾ ਜਿਹੜੀਆਂ ਪੈ ਗਈਆਂ ਵਾ, ਠੀਕ ਆ। ਕਹਿੰਦੇ ਛੋਟੀ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਅਮਰੀਕ ਨੇ ਨਿਭਾਉਣੀ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਆਪ ਨੂੰ ਵੀ ਕੋਸਦਾ ਵਾ, ਠੀਕ ਆ। ਵੀ ਜੇ ਉਹ ਪਿਤਾ ਦੇ ਜਿਉਂਦਿਆਂ ਉਸ ਵੱਲ ਧਿਆਨ ਦਿੰਦਾ, ਸ਼ਾਇਦ ਉਸ ਨੂੰ ਅਤੇ ਉਹਦੇ ਪਰਿਵਾਰ ਨੂੰ ਜਿਹੜੇ ਔਖੇ ਦਿਨ ਵਾ ਜਿਹੜੇ ਹੁਣ ਦੇਖਣੇ ਪੈਣੇ ਉਹਦੀ ਮੌਤ ਤੋਂ ਬਾਅਦ, ਇਹ ਵੇਖਣੇ ਨਾ ਪੈਂਦੇ, ਠੀਕ ਆ। ਅਤੇ ਇਸ ਕਰਕੇ ਬੇਟਾ ਜੀ ਅਸੀਂ ਆਮ ਹੀ ਜਾਣਦੇ ਹਾਂ ਵੀ ਅੱਜ ਕੱਲ੍ਹ ਵੀ ਨਸ਼ਿਆਂ ਦਾ ਬਹੁਤ ਜਿਹੜਾ ਵਾ ਵੱਡਾ ਦੌਰ ਚੱਲ ਰਿਹਾ ਵਾ, ਠੀਕ ਆ। ਹਰ ਲੋਕ ਜਿਹੜਾ ਵਾ, ਬਹੁਤ ਲੋਕ ਵਾ ਜਿਹੜੇ ਨਸ਼ੇ ਦੇ ਵਿੱਚ ਗ੍ਰਸੇ ਹੋਏ ਆ, ਪਰ ਉਹਨਾਂ ਦੇ ਪਰਿਵਾਰ ਨੂੰ ਬੇਟਾ ਜੀ ਫਿਰ ਬਹੁਤ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ। ਜਦੋਂ ਉਹ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ, ਫਿਰ ਅੱਗੋਂ ਪਰਿਵਾਰ ਰੋਂਦਾ ਕਰਲਾਉਂਦਾ ਵਾ, ਠੀਕ ਆ। ਬੇਟਾ ਇਹਦੇ ਵਿੱਚ ਵੀ ਇਹੋ ਕਹਾਣੀ ਦੇ ਵਿੱਚ ਇਹ ਚੀਜ਼ ਨੂੰ ਬਿਆਨ ਕੀਤਾ ਗਿਆ ਵਾ, ਠੀਕ ਆ। ਇਸ ਕਹਾਣੀ ਦੇ ਵਿੱਚ ਵੀ ਜਿਹੜਾ ਵਾ ਛੋਟੇ ਕਿਸਾਨ ਜਿਹੜਾ ਵਾ ਕਰਤਾਰ ਸਿੰਘ, ਉਹਦੀਆਂ ਤੰਗੀਆਂ ਤਰੁਸ਼ੀਆਂ ਅਤੇ ਮਜਬੂਰੀਆਂ ਅਤੇ ਨਸ਼ੇ ਦੀਆਂ ਭੈੜੀਆਂ ਆਦਤਾਂ ਨੂੰ ਜਿਹੜਾ ਕਹਾਣੀਕਾਰ ਵਾ ਵਰਿਆਮ ਸਿੰਘ ਸੰਧੂ, ਉਹਨੇ ਬਹੁਤ ਹੀ ਬਖੂਬੀ ਦੇ ਨਾਲ ਬਿਆਨ ਕੀਤਾ, ਬਹੁਤ ਵਧੀਆ ਢੰਗ ਦੇ ਨਾਲ ਬਿਆਨ ਕੀਤਾ ਵਾ, ਠੀਕ ਆ। ਅਤੇ ਮੈਂ ਆਸ ਕਰਦਾ ਵਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਸਮਝ ਲੱਗ ਗਈ ਹੋਵੇਗੀ, ਠੀਕ ਆ। ਅਤੇ ਬੇਟਾ ਜੀ ਇਹ ਕਹਾਣੀ ਦਾ ਵਾ ਜਿਹੜਾ ਵਾ ਦੂਜਾ ਭਾਗ ਸੀ, ਠੀਕ ਆ। ਅਤੇ ਪਿਆਰੇ ਬੱਚਿਓ, ਠੀਕ ਆ, ਮੈਂ ਆਸ ਕਰਦਾ ਇਹ ਕਹਾਣੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਅਤੇ ਵੀਡੀਓ ਤੁਸੀਂ ਧਿਆਨ ਦੇ ਨਾਲ ਵੇਖਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।